ਤੁਹਾਨੂੰ ਪਰਸਨਲੀ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਤਸਵੀਰ ਦਰਦ ਦਿੰਦੀ ਹੈ? ਬਿਲਕੁਲ, ਮੈਂ ਅੱਜ ਕੱਲ੍ਹ ਦਿਨ ਹੀ ਆਪਣੇ ਸ਼ਹੀਦੀ ਦੇ ਚੱਲ ਰਹੇ ਨੇ, ਪਰ ਗੱਲ ਇੱਧਰ ਇਹ ਆ ਜਾਂਦੀ ਹੈ ਕਿ ਤੁਸੀਂ ਉਸ ਦਰਦ ਨੂੰ ਐਗਜ਼ੀਕਿਊਟ ਕਿੱਦਾਂ ਕਰਨਾ, ਵਿਕਟਿਮ ਬਣ ਕੇ ਕਰਨਾ ਜਾਂ ਉਸ ਦਰਦ ਤੋਂ ਕੁਝ ਸਿੱਖ ਲੈ ਕੇ ਤੇ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਹੂ ਵੀ ਆਰ, ਅਸੀਂ ਕੌਣ ਹੁੰਦੇ ਹਾਂ। ਤੁਸੀਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ, ਤੁਸੀਂ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਲਈ, ਯਾਰ ਅਸੀਂ ਪੂਰੇ ਇੰਡੀਆ ਦੇ ਵਿੱਚ ਯਾਰ ਤੁਸੀਂ ਆਕਸੀਜਨ ਵੰਡੀ ਜਾਂਦੇ ਹੋ, ਕਿੱਦਾਂ? ਇਹ ਹੁੰਦੇ ਨੇ ਸਿੱਖ। ਦਰਦ ਸਾਰਿਆਂ 'ਚ ਹੈ, ਬਟ ਉਹ ਦਰਦ ਨੂੰ ਕੱਢਣ ਦਾ ਤਰੀਕਾ ਹੁੰਦਾ, ਕੱਢਣ ਦਾ ਤਰੀਕਾ ਸਾਡਾ ਸੇਵਾ ਹੈ। ਕਿ ਸ਼ਾਇਦ ਸੇਵਾ ਦੇ ਨਾਲ ਜਿਹੜੇ ਨੂੰ ਤੁਸੀਂ ਪੱਗਾਂ ਬੰਨਿਆਂ ਨੂੰ ਆਤੰਕਵਾਦੀ ਕਹਿ ਦਿੰਦੇ ਸੀ, ਜਿਹੜੇ ਪੱਗਾਂ ਬੰਨਿਆਂ ਨੂੰ ਖਾਲਸਾ ਨਾਮ ਲਾਇਆ ਤੇ ਤੁਸੀਂ ਉਹਨੂੰ ਖਾਲਿਸਤਾਨ ਨਾਲ ਜੋੜ ਦਿੰਦੇ ਸੀ, ਅੱਜ ਉਹ ਯਾਰ ਪੂਰੀ ਦੁਨੀਆ ਦੇ ਵਿੱਚ ਲੰਗਰ ਵੰਡ ਰਹੇ ਨੇ। ਬਹੁਤ NGOs ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਜਿਨ੍ਹਾਂ ਨੇ ਸਿਰਫ ਬਾਹਰਲੇ ਇਮੋਸ਼ਨਸ ਨੂੰ ਕੈਚ ਕਰਕੇ, NRIs ਦੇ ਇਮੋਸ਼ਨ ਨੂੰ ਕੈਚ ਕਰਕੇ ਫੰਡਿੰਗ ਇਕੱਠੀ ਕੀਤੀ, ਮਿਸਯੂਜ਼ ਕੀਤਾ ਫੰਡਿੰਗ ਦਾ, ਜਿਸ ਦੇ ਆਧਾਰ ਦੇ ਉੱਤੇ ਜਿਹੜਾ ਕੋਈ ਜੈਨੂਇਨ ਕੰਮ ਵੀ ਕਰਦਾ ਤਾਂ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ, ਏਜੰਸੀਆਂ ਦੀਆਂ ਨਿਗਾਹਾਂ ਕੰਨ ਖੜੇ ਹੋ ਜਾਂਦੇ ਕਿ ਕਿਤੇ ਇਹਨਾਂ ਦਾ ਵੀ ਕੋਈ ਹਿਡਨ ਏਜੰਡਾ ਤਾਂ ਨਹੀਂ। ਹਰ ਵਾਰ ਇਹੋ ਕੁਐਸਚਨ ਹੁੰਦਾ ਕਿ ਤੁਹਾਡਾ ਡਿਸੀਜਨ ਮੇਕਿੰਗ ਕੌਣ ਆ। ਇੱਕ ਮੈਂ ਪੜ੍ਹ ਰਿਹਾ ਸੀ ਸੋਸ਼ਲ ਮੀਡੀਆ ਤੇ ਵੀ ਸਵਾਲ ਸੀ ਕਿ ਸੇਵਾ ਕਾਹਦੀ ਹੈ, ਤਾਂ ਸਾਰੇ ਤਨਖਾਹ ਲੈਂਦੇ ਆ, ਅਮਰਪ੍ਰੀਤ ਖੁਦ ਆਪ ਤਨਖਾਹ ਲੈਂਦੇ ਆ, ਤਾਂ ਫਿਰ ਇਹ ਸੇਵਾ ਕਿਵੇਂ ਹੋਗੀ? ਇਹ तमाम ਸਵਾਲ ਤੁਹਾਡੇ ਬਾਰੇ ਹੁੰਦੇ ਆ। ਸਾਡੇ ਕੋਲੇ ਹੁਣ ਜਿਹੜੇ ਪਰਿਵਾਰ, ਜਿਹੜੇ ਸਾਡੇ ਸੱਜਣਾਂ ਨੂੰ 5-5 7-7 ਸਾਲ ਇੱਕ ਆਰਗੇਨਾਈਜੇਸ਼ਨ ਨੂੰ ਜਿਨ੍ਹਾਂ ਨੇ ਦੇ ਤੇ, ਅੱਜ ਉਹਨਾਂ ਦੇ ਪਰਿਵਾਰ ਸਾਂਭਣ ਦੀ ਜ਼ਿੰਮੇਵਾਰੀ ਤਾਂ ਵੀ ਸਾਡੀ ਆ। ਅਸੀਂ ਉਹਨਾਂ ਨੂੰ ਤਨਖਾਹ ਨਹੀਂ ਦੇਵਾਂਗੇ, ਸਾਨੂੰ ਦੇਣੀ ਪੈਣੀ ਹੈ। ਸਾਡਾ ਪਹਿਲਾ ਪ੍ਰਾਇੋਰਟੀ ਉਹ ਹੈ ਕਿ ਅਸੀਂ ਉਹਨਾਂ ਨੂੰ ਤਨਖਾਹ ਦੇਵਾਂਗੇ। ਜੇ ਅੱਜ ਅਸੀਂ ਸੈਲਰੀ ਨਹੀਂ ਲਵਾਂਗੇ, ਕੱਲ੍ਹ ਨੂੰ ਸ਼ਾਇਦ ਅਸੀਂ ਆਪਣਾ ਪਰਿਵਾਰ ਨਹੀਂ ਚਲਾ ਪਾਵਾਂਗੇ ਤੇ ਸਾਡੇ ਮਨ ਦੇ ਵਿੱਚ ਵੀ ਖੋਟ ਆ ਜਾਏਗਾ ਕਿ ਯਾਰ ਮੈਂ ਪੈਸੇ ਕਿੱਧਰੋਂ ਕੱਢਣੇ ਆ। ਅਸੀਂ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਜਿੱਥੇ ਅਸੀਂ ਆਪਣੇ ਬੰਦੇ ਵੀ ਗਵਾ ਲਏ ਨੇ ਐਕਸੀਡੈਂਟਾਂ ਦੇ ਵਿੱਚ, ਸੇਵਾਵਾਂ ਦੇ ਵਿਚਕਾਰ ਉਹਨਾਂ ਦੀ ਜਾਨਾਂ ਚਲੀ ਚੁੱਕੀਆਂ, ਤੇ ਤਾਂ ਵੀ ਤੁਸੀਂ ਕ੍ਰਿਟਿਸਿਜ਼ਮ ਕਰ ਰਹੇ ਹੋ। ਉਹ ਸਟਰੈਂਥ ਨੇ ਸਾਡੀ ਜਿਹੜੇ ਖਾਲਸਾ ਏਡ ਨੂੰ ਚਲਾ ਰਹੇ ਨੇ। ਅਮਰਪ੍ਰੀਤ, ਰਵੀ ਸਿੰਘ ਜਾਂ ਸਾਡੀ ਮੈਨੇਜਮੈਂਟ ਜਿੰਨੀ ਮਰਜ਼ੀ ਵਧੀਆ ਹੋਵੇ, ਬਟ ਅਸਲ ਜਿਹੜੇ ਚਾਲਕ ਨੇ ਨਾ ਇਸ ਸੰਸਥਾ ਦੇ, ਉਹ ਸੇਵਾਦਾਰ ਨੇ ਸਾਡੇ। ਸਾਰੀ ਦੁਨੀਆ ਜਾਣਦੀ ਹੈ ਕਿ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਨੇ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਇਸ ਦੀ ਸ਼ੁਰੂਆਤ ਕਿਸ ਨੇ ਕੀਤੀ? ਯੰਗਸਟਰਸ ਦੇ ਇਸ ਐਪੀਸੋਡ 'ਚ ਜਿਸ ਨੌਜਵਾਨ ਦੇ ਨਾਲ ਅੱਜ ਮੁਲਾਕਾਤ ਕਰਾਵਾਂਗੇ, ਉਸਨੇ ਖਾਲਸਾ ਏਡ ਇੰਡੀਆ ਦੀ ਸ਼ੁਰੂਆਤ ਕੀਤੀ। ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਵਿੱਚ ਖਾਲਸਾ ਏਡ ਦਾ ਬੂਟਾ ਲਾਉਣ ਵਾਲੇ ਅਮਰਪ੍ਰੀਤ ਸਿੰਘ ਖਾਲਸਾ ਨੇ। ਪਟਿਆਲਾ ਦੇ ਅਮਰਪ੍ਰੀਤ ਸਿੰਘ ਦਾ ਪਿਛੋਕੜ ਹਰਿਆਣਾ ਤੋਂ ਹੈ, ਪਰ ਪਰਿਵਾਰ 84 ਪੀੜਤ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਆਉਣਾ ਪਿਆ ਤੇ ਪਟਿਆਲਾ ਆ ਵਸੇ। ਅਮਰਪ੍ਰੀਤ ਸਿੰਘ ਪਾਇਲਟ ਦੀ ਟ੍ਰੇਨਿੰਗ ਲੈ ਰਹੇ ਸੀ ਜਦੋਂ ਉਹਨਾਂ ਦੇ ਮਨ ਵਿੱਚ ਚੇਟਕ ਲੱਗੀ ਕਿ ਸਮਾਜ ਵਾਸਤੇ ਕੁਝ ਕਰਨਾ ਚਾਹੀਦਾ ਹੈ। ਮੁਲਾਕਾਤ ਫੇਸਬੁੱਕ ਦੇ ਉੱਤੇ ਰਵੀ ਸਿੰਘ ਦੇ ਨਾਲ ਹੋਈ ਤੇ ਫਿਰ ਜੀਵਨ ਬਦਲ ਗਿਆ। ਲਗਭਗ 8-9 ਸਾਲਾਂ ਤੋਂ ਅਮਰਪ੍ਰੀਤ ਸਿੰਘ ਭਾਰਤ ਦੇ ਵਿੱਚ ਖਾਲਸਾ ਏਡ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਯੰਗਸਟਰਸ ਦੇ ਇਸ ਖਾਸ ਐਪੀਸੋਡ ਦੇ ਵਿੱਚ ਮੇਰੇ ਨਾਲ ਯਾਨੀ ਕਿ ਸਿਮਰਨਜੋਤ ਸਿੰਘ ਮੱਕੜ ਦੇ ਨਾਲ ਗੱਲਬਾਤ ਕੀਤੀ ਅਮਰਪ੍ਰੀਤ ਸਿੰਘ ਨੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਯੰਗਸਟਰਸ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਾਵਾਂਗੇ ਜਿਸ ਨੇ ਤਬਦੀਲੀ ਲਈ ਇਕੱਲਾ ਸੋਚਿਆ ਨਹੀਂ, ਤਬਦੀਲੀ ਕਰਕੇ ਦਿਖਾਈ। ਹੁਣ ਤੱਕ ਅਸੀਂ ਐਪੀਸੋਡਸ ਦੇ ਵਿੱਚ ਉਹ ਨੌਜਵਾਨ ਤੁਹਾਨੂੰ ਮਿਲਾਏ ਨੇ ਜਿਨ੍ਹਾਂ ਨੇ ਤਬਦੀਲੀ ਬਾਰੇ ਸੋਚਿਆ ਲੇਕਿਨ ਅਜੇ ਇਨੀਸ਼ੀਏਟ ਕਰਨਾ ਹੈ। ਪਰ ਅੱਜ ਸਾਨੂੰ ਲੱਗਿਆ ਕਿ ਉਹ ਲੋਕ ਵੀ ਤੁਹਾਡੇ ਤੱਕ ਲਿਆਏ ਜਾਣ ਜਿਨ੍ਹਾਂ ਨੇ ਸਮਾਜ ਦੇ ਵਿੱਚ ਆ ਕੇ ਸਿਰਫ ਗੱਲ ਨਹੀਂ ਕੀਤੀ, ਪ੍ਰੈਕਟੀਕਲੀ ਕੰਮ ਕਰਕੇ ਦਿਖਾਇਆ। ਅੱਜ ਤੁਹਾਡੇ ਰੂਬਰੂ ਕਰਾ ਰਹੇ ਹਾਂ ਖਾਲਸਾ ਏਡ ਇੰਡੀਆ ਦੇ ਬਾਨੀ ਵੀ ਕਹਿ ਸਕਦੇ ਹਾਂ, ਹੈੱਡ ਵੀ ਕਹਿ ਸਕਦੇ ਹਾਂ, ਅਮਰਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਲੋਕ ਤੁਹਾਨੂੰ ਜਾਣਦੇ ਇਸ ਗੱਲੋਂ ਹੈ ਕਿ ਤੁਸੀਂ ਖਾਲਸਾ ਏਡ ਇੰਡੀਆ ਨੂੰ ਹੈੱਡ ਕਰਦੇ ਹੋ, ਪਰ ਮੇਰੇ ਵਾਸਤੇ ਵੀ ਅੱਜ ਸਰਪ੍ਰਾਈਜ਼ਿੰਗ ਗੱਲ ਸੀ ਜਦੋਂ ਆਫ ਦਾ ਰਿਕਾਰਡ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਤੁਸੀਂ ਇਨੀਸ਼ੀਏਟ ਆਪ ਲਿਆ ਪਹਿਲਾਂ 8 ਸਾਲ ਪਹਿਲਾਂ। ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ, ਅੱਜ ਦਰਸ਼ਕਾਂ ਨੂੰ ਖੁੱਲ੍ਹ ਕੇ ਇਸ ਬਾਰੇ ਦੱਸੀਏ। ਹਾਂਜੀ, ਤਕਰੀਬਨ ਸੰਨ 2012 ਦੇ ਵਿਚਕਾਰ ਮੇਰੀ ਸੋਸ਼ਲ ਮੀਡੀਆ ਦੇ ਜ਼ਰੀਏ ਸਰਦਾਰ ਰਵੀ ਸਿੰਘ ਜਿਨ੍ਹਾਂ ਨੇ ਖਾਲਸਾ ਏਡ ਦੀ ਸ਼ੁਰੂਆਤ ਕੀਤੀ ਇੰਗਲੈਂਡ ਤੋਂ, ਉਹਨਾਂ ਨਾਲ ਦੋਸਤੀ, ਫਰੈਂਡਸ਼ਿਪ ਰਿਕੁਐਸਟ ਭੇਜਦੇ ਇੱਕ ਦੂਜੇ ਨੂੰ ਅਤੇ ਗੱਲਬਾਤ ਸ਼ੁਰੂ ਹੁੰਦੀ ਹੈ। ਅਤੇ ਕੁਛ ਲੋਕਲ ਲੈਵਲ 'ਤੇ ਸੇਵਾਵਾਂ ਅਸੀਂ ਐਜ਼ ਅ ਯੂਥ, ਜਿਵੇਂ
ਗੁਰਦੁਆਰੇ ਦੇ ਵਿੱਚ ਸੇਵਾ ਕਰ ਲਈ, ਬੱਚਿਆਂ ਦੇ ਕੰਪੀਟੀਸ਼ਨ ਕਰਾ ਲਏ, ਇੱਦਾਂ ਲੱਗੇ ਰਹਿੰਦੇ ਸੀਗੇ ਆਪਣਾ। ਸੋ ਉਸ ਸੰਬੰਧ ਦੇ ਵਿਚਕਾਰ ਸਾਡੀ ਵਾਰਤਾਲਾਪ ਸ਼ੁਰੂ ਹੋਈ, ਡਿਸਕਸ਼ਨਸ ਹੋਣ ਲੱਗ ਗਈਆਂ ਅਤੇ ਤਾਂ ਮੈਨੂੰ ਖਾਲਸਾ ਏਡ ਸੰਸਥਾ ਦੇ ਬਾਰੇ ਪਤਾ ਲੱਗਿਆ ਕਿ ਉਹ ਇੱਕ ਸੰਸਥਾ ਜਿਹੜੀ ਖਾਲਸਾ ਏਡ ਨਾਮ ਦੀ ਜਿਹੜੀ ਯੂਕੇ ਦੇ ਵਿੱਚ ਚਲਾਈ ਜਾ ਰਹੀ ਹੈ। ਇੰਡੀਆ 'ਚ ਨਹੀਂ ਸੀ ਉਦੋਂ ਤੱਕ ਇੰਡੀਆ ਦੇ ਵਿਚਕਾਰ 1-2 ਪ੍ਰੋਜੈਕਟਸ ਉਹਨਾਂ ਨੇ ਕੀਤੇ ਹੋਏ ਸੀਗੇ, ਬਟ ਪਰਮਾਨੈਂਟਲੀ ਸੈਟਅਪ ਜਿਹੜਾ ਆਪਾਂ ਕਹੀਏ ਐਜ਼ ਆਰਗੇਨਾਈਜੇਸ਼ਨ ਕੋਈ ਰਜਿਸਟਰਡ ਨਹੀਂ ਸੀਗੀ ਖਾਲਸਾ ਏਡ, ਅਤੇ ਲੋਕ ਇੰਨੇ ਜਾਣੂ ਵੀ ਨਹੀਂ ਸੀ 2012 ਦੇ ਵਿਚਕਾਰ ਇੱਥੇ। ਸੋ ਤਾਂ ਮਨ ਦੇ ਵਿਚਕਾਰ ਜਿਵੇਂ ਡਿਸਕਸ਼ਨਸ ਆਪਾਂ ਕਰਦੇ ਹਾਂ ਤਾਂ ਵਿਚਾਰ ਜਦੋਂ ਤੁਹਾਡੀ ਟਿਊਨਿੰਗ ਇੱਕ ਮੈਚ ਕਰ ਜਾਂਦੀ ਹੈ, ਸੋ ਉਸ ਸਮੇਂ ਮੇਰੀ ਗੱਲਬਾਤ ਜਦੋਂ ਭਾਜੀ ਹੋਰਾਂ ਨਾਲ ਸ਼ੁਰੂ ਹੋਈ ਤਾਂ ਮੈਂ ਕਿਹਾ ਕਿ ਮੈਂ ਵੀ ਕੁਛ ਨਾ ਦਿਲ ਕਰਦਾ ਕਿ ਇਦਾਂ ਦਾ ਕਰੀਏ। ਤਾਂ ਦੈਟ ਟਾਈਮ ਮੈਂ ਉਸ ਟਾਈਮ ਆਪਣਾ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ਕਰ ਰਿਹਾ ਸੀ ਪਟਿਆਲਾ ਐਵੀਏਸ਼ਨ ਕਲੱਬ ਤੋਂ, ਕਿਉਂਕਿ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ, ਅਤੇ ਪਾਇਲਟ ਦੀ ਟ੍ਰੇਨਿੰਗ ਬੜੀ ਮਹਿੰਗੀ ਟ੍ਰੇਨਿੰਗ ਮੰਨੀ ਜਾਂਦੀ ਹੈ ਅਤੇ ਬਹੁਤ ਸਾਰਾ ਪੈਸਾ ਉਸ ਟਾਈਮ ਤੱਕ ਇਨਵੈਸਟ ਹੋ ਚੁੱਕਿਆ ਸੀ। ਅਤੇ ਮੈਂ ਕਿਹਾ ਵੀ ਮੈਂ ਵੋਲੰਟੀਅਰ ਸ਼ਨੀਵਾਰ ਐਤਵਾਰ ਆ ਕੇ ਜਿੱਥੇ ਵੀ ਕੋਈ ਸੇਵਾ ਹੋਵੇ ਤਾਂ ਮੈਂ ਕਰ ਸਕਦਾ। ਸੋ ਬਸ ਉਹ ਸ਼ੁਰੂਆਤ ਸੀਗੀ ਜਿੱਥੋਂ ਕਿ ਇੱਕ ਜਿਹੜਾ ਕਹਿ ਸਕਦੇ ਹੋ ਕਿ ਖਾਲਸਾ ਏਡ ਦਾ ਪਤਾ ਲੱਗਣਾ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਕੋਈ ਸਾਂਝ ਨਹੀਂ ਸੀ ਰਵੀ ਸਿੰਘ ਹੋਣਾ ਨਾਲ ਤੁਹਾਡੀ? ਨਹੀਂ, ਮੇਰੀ ਕੋਈ ਸਾਂਝ ਨਹੀਂ ਸੀ। ਫੇਸਬੁੱਕ ਤੇ ਹੀ ਮਿਲੇ? ਸਿਰਫ ਸੋਸ਼ਲ ਮੀਡੀਆ ਇੱਕ ਮਾਧਿਅਮ ਬਣਿਆ ਕਿ ਜਿਸ ਦੇ ਤਹਿਤ ਸਾਡੀ ਮੁਲਾਕਾਤ ਹੋਈ, ਔਰ ਟਿਊਨਿੰਗ ਇੰਨਾ ਕੁ ਸ਼ੁਰੂ ਹੋ ਗਈ ਕਿ ਇੱਕ ਦੂਜੇ ਨੂੰ ਸਮਝਣਾ ਸ਼ੁਰੂ ਹੋਏ, ਵਿਚਾਰ ਵਟਾਂਦਰੇ ਹੋਏ। ਸੇਵਾਵਾਂ ਨੂੰ ਲੈ ਕੇ ਬਹੁਤ ਲੰਬੀਆਂ ਸਾਡੀਆਂ ਗੱਲਾਂ ਬਾਤਾਂ ਰੋਜ਼ 2-2 4-4 ਘੰਟੇ ਚੱਲਦੀਆਂ ਰਹਿਣੀਆਂ। ਸੋ ਤਾਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਯਾਰ ਆਪਾਂ ਵੀਕਐਂਡ ਦੇ ਉੱਤੇ ਆਪਣਾ ਵੋਲੰਟੀਅਰ ਕੁਛ ਤਾਂ ਦਸਵੰਧ ਕੱਢੀਏ, ਕਿਉਂਕਿ ਉਸ ਟਾਈਮ ਸਟੂਡੈਂਟ ਸੀਗਾ ਮੈਂ। ਸੋ ਉਸ ਟਾਈਮ ਸ਼ੁਰੂਆਤ ਕੀਤੀ ਅਤੇ ਵੀਕਐਂਡ ਦੇ ਉੱਤੇ ਕੋਈ ਕੰਮ ਹੈ ਜਾਂ ਕੋਈ ਸੇਵਾ ਹੈ, ਅੰਮ੍ਰਿਤਸਰ ਜਾਣਾ, ਇੱਧਰ ਜਾਣਾ, ਤਾਂ ਵਿਜ਼ਿਟ ਕਰਨਾ ਸ਼ੁਰੂ ਕੀਤਾ ਆਪਣੇ ਖਰਚੇ ਤੇ। ਹਾਂਜੀ, ਓਬਵੀਅਸਲੀ ਉਸ ਟਾਈਮ ਜੇਬ 'ਚੋਂ ਜੋ ਫੈਮਿਲੀ ਨੇ ਸਪੋਰਟ ਕੀਤਾ ਤਾਂ ਜਾ ਕੇ ਵੋਲੰਟਰੀਲੀ ਕਰਨਾ, ਸਮਝਣਾ ਸਿਸਟਮ ਨੂੰ। ਤਾਂ ਫਿਰ ਗੱਲਬਾਤ ਹੋਈ ਤਾਂ ਭਾਜੀ ਹੋਰਾਂ ਨੇ ਕਿਹਾ ਕਿ ਹੁਣ 2 ਦਿਨ ਨਹੀਂ, ਹੁਣ 3 ਦਿਨ ਦੇਣਾ ਸ਼ੁਰੂ ਕਰ, ਵੀ ਸਾਨੂੰ ਸੋਚ ਦੀ ਲੋੜ ਹੈ, ਇਹ ਸੋਚ ਇੰਪਲੀਮੈਂਟ ਕਰੀਏ ਆਪਾਂ। ਸੋ ਜੇ ਨੌਜਵਾਨ ਜੁੜਦੇ ਨੇ ਨਾਲ ਤਾਂ ਸੇਵਾਵਾਂ ਅਸੀਂ ਹੋਰ ਵਧਾ ਸਕਦੇ ਹਾਂ, ਅਸੀਂ ਤੁਹਾਨੂੰ ਬਾਹਰੋਂ ਦੀ ਸਪੋਰਟ ਕਰਾਂਗੇ। ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਜੇ ਸ਼ੁਰੂਆਤ ਕਰਨੀ ਹੈ ਤਾਂ ਫਿਰ ਕਿਉਂ ਨਾ ਪੂਰਾ ਇੱਕ ਲੀਗਲੀ ਸਟਰਕਚਰ ਨੂੰ ਬਣਾ ਕੇ, ਜਿਵੇਂ ਇੱਕ ਬੋਰਡ ਬਣਦਾ ਹੈ ਉਸ ਨੂੰ ਆਰਗੇਨਾਈਜੇਸ਼ਨ ਨੂੰ ਗੌਰਮੈਂਟ ਦੇ ਨਾਲ ਰਜਿਸਟਰਡ ਕਰਾ ਕੇ, ਕਿਉਂਕਿ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਰਜਿਸਟਰਡ ਨਹੀਂ ਹੁੰਦੇ ਤਾਂ ਭਾਜੀ ਹੋਰਾਂ ਦੇ ਅਨੁਸਾਰ ਸਟਾਰਟਿੰਗ ਦੇ ਵਿੱਚ ਮੇਰੇ ਨਾਲ ਵੀ ਬਹੁਤ ਤਰ੍ਹਾਂ ਦੀ ਇੰਟੈਲੀਜੈਂਸ ਸਰਵਿਸਿਜ਼ ਤੁਹਾਡੇ ਉੱਤੇ ਸਕਰੂਟਨਿੰਗ ਕਰਦੀਆਂ। ਅੱਛਾ। ਹਾਂ, ਅਤੇ ਮੈਂ ਇਸ ਤਰ੍ਹਾਂ ਹੋਇਆ, ਤੁਹਾਨੂੰ ਫੇਸ ਕਰਨੀਆਂ ਪਈਆਂ ਚੀਜ਼ਾਂ? ਬਹੁਤ ਇਹ ਤਾਂ ਮਤਲਬ ਜਸਟ ਇੱਕ ਮੈਂ ਓਵਰਵਿਊ ਦੇ ਰਿਹਾ, ਕਿਉਂਕਿ ਐਜ਼ ਅ ਸਟੂਡੈਂਟ ਅਸੀਂ ਪਾਇਲਟ ਦੀ ਟ੍ਰੇਨਿੰਗ ਕਰਦੇ ਸੀ, ਮੇਰਾ ਸਰਕਲ ਵੀ ਪਾਇਲਟਸ ਦੇ ਨਾਲ ਜ਼ਿਆਦਾ ਰਿਹਾ, ਅਤੇ ਮੈਂ ਯਾਰਾਂ ਦੋਸਤਾਂ ਨੂੰ ਨਾਲ ਖਿੱਚ ਕੇ ਲੈ ਜਾਣਾ, ਚੱਲ ਯਾਰ ਆਪਾਂ ਸੇਵਾ 'ਤੇ ਜਾ ਕੇ ਦੇਖੀਏ। ਤੁਸੀਂ ਉਹ ਕੰਪਲੀਟ ਕਰ ਲਿਆ ਸੀ? ਪਾਇਲਟ ਬਣ ਗਏ ਸੀ? ਮਤਲਬ ਮੈਂ ਕੁਝ ਫਲਾਈਂਗ ਆਵਰਸ ਮੇਰੇ ਪੈਂਡਿੰਗ ਰਹਿ ਗਏ ਸੀਗੇ। ਉਸ ਤੋਂ ਪਹਿਲਾਂ ਮੇਰੀ ਸਟੋਰੀ ਦੇ ਵਿੱਚ ਟਵਿਸਟ ਆਇਆ ਕਿ ਮੈਂ ਸਾਰਾ ਕੁਝ ਛੱਡਾ ਕੇ, ਉਸ ਦੇ ਬਾਰੇ ਵੀ ਮੈਂ ਆਉਣਾ। ਜਦੋਂ ਸ਼ੁਰੂਆਤ ਕੀਤੀ ਤਾਂ 2012 ਦੀ ਗੱਲ ਹੈ, ਵੋਲੰਟਰੀਲੀ ਕਰਦੇ ਰਹੇ। 2013 ਦੇ ਵਿਚਕਾਰ ਉੱਤਰਾਖੰਡ ਦੇ ਵਿਚਕਾਰ ਫਲੱਡਸ ਆ ਜਾਂਦੇ ਨੇ ਜੀ, ਹੇਮਕੁੰਡ ਸਾਹਿਬ ਦੇ ਉੱਤੇ ਡਿਜ਼ਾਸਟਰ ਹੁੰਦਾ ਹੈ ਜੀ, ਉੱਥੇ ਯਾਤਰੀ ਫਸੇ ਨੇ, ਅਤੇ ਇੱਥੋਂ ਮੇਰੀ ਫਲਾਈਟਾਂ ਲੱਗੀਆਂ ਹੁੰਦੀਆਂ ਟ੍ਰੇਨਿੰਗ ਦੀਆਂ, ਅਤੇ ਮੈਂ ਘਰਦਿਆਂ ਨੂੰ ਕਹਿੰਦਾ ਕਿ ਮੈਂ ਸੇਵਾ 'ਤੇ ਜਾਣਾ। ਉਹਨਾਂ ਨੂੰ ਸੀ ਕਿ ਇਹ ਕਿਹੜੀ ਸੇਵਾ ਵੀ ਹੁਣ ਤੂੰ ਉੱਥੇ ਚੱਲਿਆ। ਯਾਰ ਦੋਸਤ ਇਕੱਠੇ ਕੀਤੇ, ਅਸੀਂ 4-5 ਬੰਦਿਆਂ ਦਾ ਗਰੁੱਪ ਬਣਾਇਆ ਅਤੇ ਅਸੀਂ ਉੱਤਰਾਖੰਡ ਪਹੁੰਚ ਗਏ। ਦੈਟ ਵਾਜ਼ ਮਾਈ ਫਸਟ ਮਿਸ਼ਨ, ਜਿਸ ਨੂੰ ਮੈਂ ਇੱਕ ਲੀਡ ਕਰ ਰਿਹਾ ਜਾਂ ਐਗਜ਼ੀਕਿਊਸ਼ਨ ਦੇ ਵਿਚਕਾਰ ਜੋ ਸੋਚਦੇ ਸੀ ਉਹ ਗਰਾਊਂਡ ਪਹਿਲੀ ਵਾਰ ਮਿਲਿਆ ਸੀ ਕਿ ਉੱਥੇ ਸੇਵਾ ਕਰਨੀ ਹੈ ਅੰਡਰ ਖਾਲਸਾ ਏਡ। ਸੋ ਖਾਲਸਾ ਏਡ ਦਾ ਮੇਰਾ ਪਹਿਲਾ ਉਹ ਮਿਸ਼ਨ ਸੀ 2013 ਦਾ, ਜਿਹੜਾ ਉੱਤਰਾਖੰਡ ਦੇ ਵਿਚਕਾਰ ਫਲੱਡਸ ਆਏ। ਸੋ ਜਦੋਂ ਖਾਲਸਾ ਏਡ ਦੇ ਬੈਨਰ ਹੇਠ ਸੇਵਾਵਾਂ ਸ਼ੁਰੂ ਕੀਤੀਆਂ, ਹੌਲੀ ਖਾਲਸਾ ਏਡ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਕਿ ਖਾਲਸਾ ਏਡ ਨੂੰ ਰਜਿਸਟਰਡ ਕਰਾਈਏ, ਆਪਣਾ ਬੋਰਡ ਮੈਂਬਰਸ ਬਣਾਈਏ, ਵਧੀਆ ਪ੍ਰੋਫੈਸ਼ਨਲਸ ਨੂੰ ਨਾਲ ਜੋੜ ਕੇ ਇੱਕ ਟਰਸਟ ਬੋਰਡ ਬਣਾਇਆ ਜਾਵੇ। ਫਿਰ ਉਸ ਨੂੰ ਵੋਲੰਟੀਅਰਸ ਜੋ ਸੋਚਦੇ ਸੀ ਨਾ, ਮਤਲਬ ਐਂ ਸੀ ਕਿ ਹੁਣ ਪਲੈਟਫਾਰਮ ਆ ਗਿਆ, ਹੁਣ ਇਸ ਨੂੰ ਖਿੱਚਦੀ ਹੈ ਕੰਮ ਪੰਜਾਬੀ ਦੇ ਵਿੱਚ। ਸੋ 2013 ਤੋਂ ਸ਼ੁਰੂਆਤ ਕੀਤੀ, ਟਰਸਟ ਬੋਰਡ ਬਣਾਇਆ, ਗੌਰਮੈਂਟ ਦੇ ਨਾਲ ਰਜਿਸਟਰਡ ਹੋਏ, ਪਰਮਿਸ਼ਨਸ ਲਿੱਤੀਆਂ। ਸੋ ਉਸ ਤੋਂ ਬਾਅਦ ਪ੍ਰੋਜੈਕਟ ਤੇ ਪ੍ਰੋਜੈਕਟ ਚੱਲਦੇ ਰਹੇ। ਪਰ 2013 ਤੋਂ ਹੀ ਇਹ ਜਿਹੜਾ ਸਕਰੂਟਨਿੰਗ ਵਾਲਾ ਸਿਸਟਮ ਹੈ ਉਹ ਸ਼ੁਰੂ ਹੋ ਗਿਆ ਸਾਡੇ ਨਾਲ ਹੀ। ਮੈਂ ਵੀ ਅਵੇਅਰ ਨਹੀਂ ਸੀਗਾ। ਅਸੀਂ ਅੰਮ੍ਰਿਤਸਰ ਦੇ ਵਿਚਕਾਰ ਇੱਕ ਆਫਿਸ ਖੋਲ੍ਹਿਆ, ਕਿਉਂਕਿ ਸਾਨੂੰ ਸੀ ਕਿ ਉੱਥੇ ਸਾਰੇ ਯਾਤਰੀ ਆਉਂਦੇ ਨੇ, ਇੱਥੇ ਪਬਲਿਕ ਦੀ ਫੁੱਟਫਾਲ ਜ਼ਿਆਦਾ ਹੈ ਅਤੇ ਲੋਕਾਂ ਨੂੰ ਆਪਣੇ ਕੰਮਾਂ ਬਾਰੇ ਦੱਸਣ ਦਾ ਉਹ ਸਭ ਤੋਂ ਵੱਡਾ ਜਿਹੜਾ ਸਥਾਨ ਸੀ ਸਾਡੇ ਲਈ ਉਹ ਸੀ। ਸੋ ਜਦੋਂ ਉੱਥੇ ਸ਼ੁਰੂ ਕੀਤਾ ਤਾਂ ਸਾਨੂੰ ਜੋ ਅਸੀਂ ਸੋਚ ਦੇ ਨਾਲ ਸਟਾਰਟਿੰਗ ਕੀਤੀ, ਉਸ ਤੋਂ ਉਲਟ ਉਹ ਸਾਨੂੰ ਉੱਥੇ ਐਕਸਪੀਰੀਅੰਸ ਹੋਇਆ, ਕਿਉਂਕਿ ਉਹੀ ਇੱਕ ਐਸਾ ਏਰੀਆ ਜਿੱਥੇ ਕਿ ਖਾਸ ਤੌਰ 'ਤੇ
ਕੌਮੀ ਆਪਾਂ ਕਹਿ ਲਈਏ ਆਰਗੇਨਾਈਜੇਸ਼ਨਸ ਉੱਥੇ ਵਰਕ ਕਰਦੀਆਂ ਉਸ ਏਰੀਆਜ਼ ਦੇ ਵਿੱਚ। ਬਿਲਕੁਲ। ਤੇ CID ਨੇ ਸਾਨੂੰ ਇਸ ਤਰੀਕੇ ਨਾਲ ਸ਼ੁਰੂ ਕਰਤਾ ਕਿ ਸ਼ਾਇਦ ਇਹ ਵੀ ਕੋਈ ਹਿਡਨ ਏਜੰਡਾ ਲੈ ਕੇ ਖਾਲਸਿਆਂ ਦੇ ਨਾਂ ਤੋਂ ਇਹਨਾਂ ਨੇ ਇੱਥੇ ਦਫ਼ਤਰ ਖੋਲ੍ਹ ਲਿਆ। ਸੋ ਜਦੋਂ ਮੈਂ ਟਰੈਵਲ ਕਰਨਾ ਇੱਧਰੋਂ ਪਟਿਆਲੇ ਤੋਂ ਅੰਮ੍ਰਿਤਸਰ ਤੇ ਮੇਰੇ ਪਿੱਛੇ CID, ਉੱਥੇ ਪਹੁੰਚਣਾ ਤਾਂ ਫੋਨ ਆ ਜਾਣਾ ਸਾਡੇ ਦਫ਼ਤਰ ਆਓ। ਬਹੁਤ ਤਰ੍ਹਾਂ ਦੇ ਚੈਲੰਜਿਸ। ਤੰਗ ਕੀਤਾ ਤੁਹਾਨੂੰ? ਤੰਗ ਤਾਂ ਕੀ ਹੁੰਦਾ ਕਿ ਫਿਜ਼ੀਕਲੀ ਤਾਂ ਕੋਈ ਤੰਗ ਨਹੀਂ ਕੀਤਾ, ਬਟ ਮੈਂਟਲੀ ਇੰਨਾ ਕੁ ਹਰਾਸ ਹੋ ਜਾਂਦਾ ਸੀ ਕਿ ਆਖਿਰਕਾਰ ਅਸੀਂ 8 ਮਹੀਨਿਆਂ ਦੇ ਵਿਚਕਾਰ ਉੱਥੋਂ ਸਮੇਟ ਕੇ ਪਟਿਆਲੇ ਦੇ ਵਿਚਕਾਰ ਅਸੀਂ ਦਫ਼ਤਰ ਖੋਲ੍ਹਿਆ। ਅੱਕ ਕੇ ਵਾਪਸ ਆ ਗਏ? ਕਿਉਂਕਿ ਹਰ ਵਾਰ ਜਦੋਂ ਜਾਣਾ ਉੱਥੇ ਪਹਿਲਾਂ ਰਿਪੋਰਟਿੰਗ CID ਆਫਿਸ ਹੋਣੀ, ਉਸ ਤੋਂ ਬਾਅਦ ਦਫ਼ਤਰ ਜਾਣਾ ਪੈਂਦਾ ਸੀ। ਪਰ ਉਹ ਪੁੱਛਦੇ ਕੀ ਸੀ ਤੁਹਾਡੇ? ਕੀ ਫੰਡਸ ਬਾਰੇ ਪੁੱਛਦੇ ਸੀ ਜਾਂ ਕੀ ਏਜੰਡਾ ਕੀ ਪੁੱਛਦੇ ਸੀ? ਦੇਖੋ ਕੁਐਸਚਨਿੰਗ ਉਹਨਾਂ ਦੀ ਖਾਸ ਤੁਸੀਂ ਵੀ ਜਾਣਦੇ ਹੋਵੋਗੇ, ਤੁਸੀਂ ਵੀ ਕਿਹੜਾ ਇਸ ਤੋਂ ਵਾਕਿਫ ਨਹੀਂ ਹੋ, ਪਰ ਕੁਐਸਚਨਿੰਗ ਉਹਨਾਂ ਦੀ ਕੀ ਹੁੰਦੀ ਹੈ ਕਿ ਤੁਹਾਡੀ ਡਿਟੇਲ 'ਚ ਚਲੇ ਜਾਣਾ, ਤੁਸੀਂ ਕਿਉਂ ਇਸ ਲਾਈਨ 'ਚ ਆਏ ਹੋ, ਆਪਣਾ ਕਰੀਅਰ ਛੱਡ ਕੇ ਕਿਉਂ ਆਏ ਹੋ, ਕਿਸ ਦੇ ਕਹਿਣ ਤੇ ਆਏ ਹੋ, ਕਿਸ ਦੀ ਇਨਵੋਲਵਮੈਂਟ ਹੈ, ਸੋਚ ਕਿਸ ਦੀ ਹੈ, ਤੁਹਾਡੀ ਸੋਚ ਹੈ ਜਾਂ ਤੁਹਾਨੂੰ ਬਾਹਰੋਂ ਕੋਈ ਗਾਈਡ ਕਰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਪਰ ਕੀ ਇਹ ਪ੍ਰੋਬਲਮ ਸੀ ਉਦੋਂ ਕਿ ਰਵੀ ਸਿੰਘ ਹੋਣੀ ਕਿਉਂਕਿ ਬਾਹਰ ਸੀਗੇ ਔਰ ਤੁਸੀਂ ਜਦੋਂ ਉਹਨਾਂ ਦੇ ਨਾਲ ਜੁੜੇ ਹੋ ਜਾਂ ਤੁਸੀਂ ਵਾਰਤਾਲਾਪ ਕਰਦੇ ਸੀਗੇ ਤਾਂ ਇੱਥੇ ਇੰਡੀਆ ਦੇ ਵਿੱਚ ਜਿਹੜੀ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੂੰ ਇਹ ਦਿੱਕਤ ਸੀਗੀ ਕਿ ਤੁਸੀਂ ਬਾਹਰੋਂ ਐਸੋਸੀਏਟਡ ਹੈਗੇ ਹੋ? ਦੇਖੋ ਖੈਰ ਮੈਨੂੰ ਇੰਨਾ ਬੈਕਗਰਾਉਂਡ ਮਤਲਬ ਆਈ ਵਾਜ਼ ਵੈਰੀ ਯੰਗ ਉਸ ਟਾਈਮ ਦੇ ਉੱਤੇ, 21-22 ਸਾਲਾਂ ਦੀ ਉਮਰ ਸੀਗੀ ਮੇਰੀ, ਤੇ ਉਸ ਟਾਈਮ ਦੇ ਉੱਤੇ ਮੈਨੂੰ ਨਾ ਉਹਨਾਂ ਦੇ ਬੈਕਗਰਾਉਂਡ ਜਾਣਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਮੈंने ਕਦੇ ਸੋਚਿਆ ਕਿ ਯਾਰ ਮੈਂ ਪੁੱਛਾਂ ਵੀ, ਕਿਉਂਕਿ ਮੈਨੂੰ ਸਿਰਫ ਵਿਸ਼ਵਾਸ ਸੀ ਸੋਚ ਦੇ ਉੱਤੇ, ਤੇ ਉਹ ਸੋਚ ਨੂੰ ਇੰਪਲੀਮੈਂਟ ਕਰਨ ਦੇ ਲਈ ਮੇਰਾ ਦਿਮਾਗ ਸੀ ਕਿ ਮੈਂ ਇੱਥੇ ਇੱਕ ਆਪਣੀ ਟੀਮ ਬਣਾਉਣੀ ਹੈ, ਮੈਂ ਇੱਥੇ ਸੈਟਅਪ ਕਰਨਾ ਹੈ। ਬਟ ਉਹਨਾਂ ਦੀ ਜਿਹੜੀ ਕੁਐਸਚਨਿੰਗ ਹੁੰਦੀ ਸੀ ਉਹ ਬਾਹਰਲੇ ਏਜੰਸੀਜ਼ ਨੂੰ ਲੈ ਕੇ, ਬਾਹਰਲੀ ਸੋਚ ਨੂੰ ਲੈ ਕੇ, ਖਾਲਿਸਤਾਨ ਦੀ ਸੋਚ ਨੂੰ ਲੈ ਕੇ ਕੁਐਸਚਨਿੰਗ ਮੇਰੇ ਤੋਂ ਪੁੱਛਦੇ ਸੀ। ਜਿਹੜਾ ਮੇਰੇ ਨਾਲ ਜਾਂਦਾ ਸੀ ਉਹਨੂੰ ਵੀ ਨਾਲ ਨਾਮ ਨੋਟ ਕਰ ਲੈਂਦੇ ਸੀ ਕਿ ਤੂੰ ਇਹਦਾ ਦੋਸਤ ਹੈ, ਤੂੰ ਇਹਦਾ ਮਿੱਤਰ ਹੈ, ਤੂੰ ਕੀ ਲੱਗਦਾ। ਬਸ ਉਸ ਤੋਂ ਬਾਅਦ ਉਹਦੀ ਵੀ ਫਿਰ ਸਕਰੂਟਨਿੰਗ ਹੋਣੀ ਸ਼ੁਰੂ ਹੋ ਜਾਣੀ। ਅਸੀਂ ਫਲਾਈਂਗ ਕਰਨੀ, ਮੈਂ ਜਿੱਥੋਂ 10ਵੀਂ ਪਾਸ ਕੀਤੀ, ਮੈਂ ਜਿੱਥੋਂ 12ਵੀਂ ਪਾਸ ਕੀਤੀ, ਜਿੱਥੇ ਮੈਂ ਫਲਾਈਂਗ ਕੀਤੀ, ਸਾਰੇ ਕਿਤੇ ਉਹਨਾਂ ਨੇ ਗੇੜੇ ਕੱਢੇ ਕਿ ਅਮਰਪ੍ਰੀਤ ਖਾਲਸਾ ਏਡ ਕਿਉਂ ਸ਼ੁਰੂ ਕਰ ਰਿਹਾ, ਇਹਦੀ ਸੋਚ ਕੀ ਹੈ। ਮਤਲਬ ਇੰਨਾ ਡੀਪਲੀ ਜਾ ਕੇ ਉਹਨਾਂ ਨੇ ਕੀਤਾ ਮੈਂਟਲੀ ਹਰਾਸ, ਬਟ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਕੁਝ ਸਿਖਾਤਾ ਛੋਟੀ ਉਮਰ 'ਚ ਹੀ। ਸੋ ਅੱਜ NIA ਦੇ ਨੋਟਿਸ ਆਉਂਦੇ ਤਾਂ ਵੀ ਜਾ ਕੇ ਅਸੀਂ ਇਨਕੁਆਇਰੀ ਸਾਹਮਣੇ ਬਹਿ ਜਾਂਦੇ। ਤੁਹਾਨੂੰ ਆਏ NIA ਦੇ? ਹਾਂਜੀ, ਆ ਕਿਸਾਨੀ ਮਸਲੇ 'ਚ NIA ਦਾ ਨੋਟਿਸ ਮੇਰੇ ਨਾਂ ਤੇ ਸੀਗਾ। ਸੋ ਮਤਲਬ ਇਹ ਚੀਜ਼ਾਂ ਨੇ ਸਿਖਾਇਆ। ਇਹ ਵੀ ਕਾਰਨ ਸੀ ਕਿ ਗਲੋਬਲੀ ਉਦੋਂ ਖਾਲਸਾ ਏਡ ਦਾ ਨਾਮ ਇੰਨਾ ਵੱਡਾ ਨਹੀਂ ਹੋਇਆ ਸੀ? ਇਹ ਵੀ ਇੱਕ ਰੀਜ਼ਨ ਸੀ ਕਿ ਉਦੋਂ ਸ਼ਾਇਦ ਇੱਥੇ ਤੁਹਾਨੂੰ ਸਵਾਲ ਹੁੰਦੇ ਸੀ? ਨਹੀਂ ਹੋ ਸਕਦਾ, ਦੇਖੋ ਕਿਉਂਕਿ 84 ਤੋਂ ਬਾਅਦ, 84 ਤੋਂ ਬਾਅਦ ਇਹ ਚੀਜ਼ਾਂ ਮੈਨੂੰ ਬਾਅਦ 'ਚ ਸਮਝ ਆਉਣੀਆਂ ਸ਼ੁਰੂ ਹੋਈਆਂ ਜਦੋਂ ਮੈਂ ਬਾਹਰਲੇ ਮੁਲਕਾਂ 'ਚ ਚੱਕਰ ਲਗਾਏ, ਸੰਗਤ ਨਾਲ ਵਿਚਰਿਆ, ਸਟੇਜਾਂ ਦੇ ਉੱਤੇ ਸਪੀਚਾਂ ਦਿੱਤੀਆਂ। ਸੋ ਤਾਂ ਸਮਝ ਆਇਆ ਕਿ 84 ਤੋਂ ਬਾਅਦ ਬਹੁਤ NGOs ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਜਿਨ੍ਹਾਂ ਨੇ ਸਿਰਫ ਤੇ ਸਿਰਫ ਬਾਹਰਲੇ ਇਮੋਸ਼ਨਸ ਨੂੰ ਕੈਚ ਕਰਕੇ, NRIs ਦੇ ਇਮੋਸ਼ਨ ਨੂੰ ਕੈਚ ਕਰਕੇ ਫੰਡਿੰਗ ਇਕੱਠੀ ਕੀਤੀ, ਮਿਸਯੂਜ਼ ਕੀਤਾ ਫੰਡਿੰਗ ਦਾ, ਜਿਸ ਦੇ ਆਧਾਰ ਦੇ ਉੱਤੇ ਜਿਹੜਾ ਕੋਈ ਜੈਨੂਇਨ ਕੰਮ ਵੀ ਕਰਦਾ ਤਾਂ ਸਭ ਤੋਂ ਪਹਿਲਾਂ ਸਰਕਾਰਾਂ ਦੀਆਂ, ਏਜੰਸੀਆਂ ਦੀਆਂ ਨਿਗਾਹਾਂ, ਕੰਨ ਖੜੇ ਹੋ ਜਾਂਦੇ ਕਿ ਕਿਤੇ ਇਹਨਾਂ ਦਾ ਵੀ ਕੋਈ ਹਿਡਨ ਏਜੰਡਾ ਤਾਂ ਨਹੀਂ। ਹਰ ਵਾਰ ਇਹੋ ਕੁਐਸਚਨ ਹੁੰਦਾ ਕਿ ਤੁਹਾਡਾ ਡਿਸੀਜਨ ਮੇਕਿੰਗ ਕੌਣ ਹੈ, ਤੁਹਾਨੂੰ ਗਾਈਡ ਕੌਣ ਕਰਦਾ, ਤੁਹਾਡੇ ਫੰਡਿੰਗ ਕਿੱਥੋਂ ਆਉਂਦੀ ਹੈ, ਤੁਹਾਡੇ ਹੋਰ ਰਿਲੇਸ਼ਨਸ ਕੀ ਨੇ। ਇਹ ਤਾਂ ਅੱਜ ਕੱਲ ਬੜਾ ਹੌਟ ਕੁਐਸਚਨ ਹੈ ਵੀ ਖਾਲਸਾ ਏਡ ਤੋਂ ਫੰਡਿੰਗ ਕਿੱਥੋਂ ਆਉਂਦੀ ਹੈ। ਅੱਜ ਇਸ ਗੱਲ ਦਾ ਜਵਾਬ ਦੇ ਦਿਓ ਤੁਸੀਂ ਕਿ ਇੰਨੀ ਫੰਡਿੰਗ ਤੁਹਾਨੂੰ ਆ ਕਿੱਥੋਂ ਰਹੀ ਹੈ। ਇੱਕ ਮੈਂ ਪੜ੍ਹ ਰਿਹਾ ਸੀ ਸੋਸ਼ਲ ਮੀਡੀਆ ਤੇ ਵੀ ਸਵਾਲ ਸੀ ਕਿ ਸੇਵਾ ਕਾਹਦੀ ਹੈ, ਤਾਂ ਸਾਰੇ ਤਨਖਾਹ ਲੈਂਦੇ ਆ, ਅਮਰਪ੍ਰੀਤ ਖੁਦ ਆਪ ਤਨਖਾਹ ਲੈਂਦੇ ਆ, ਤਾਂ ਫਿਰ ਇਹ ਸੇਵਾ ਕਿਵੇਂ ਹੋਗੀ। ਇਹ तमाम ਸਵਾਲ ਤੁਹਾਡੇ ਬਾਰੇ ਹੁੰਦੇ ਆ। ਨਹੀਂ ਦੇਖੋ, ਬਿਲਕੁਲ ਇਹ ਚੀਜ਼ 100% ਸੱਚ ਆ, ਇਸ ਚੀਜ਼ 'ਚ ਲੁਕੋ ਨਹੀਂ ਹੈ, ਕਿਉਂਕਿ ਖਾਲਸਾ ਏਡ ਇਸ ਟਾਈਮ ਦੇ ਉੱਤੇ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਬਣ ਚੁੱਕੀ ਹੈ ਕਿ ਜਿਹੜੀ ਅਸੀਂ ਪ੍ਰੋਫੈਸ਼ਨਲੀ ਰਨ ਕਰ ਰਹੇ ਹਾਂ। ਪ੍ਰੋਫੈਸ਼ਨਲੀ ਮੀਨਸ ਇਹ ਨਹੀਂ ਕਿ ਅਸੀਂ ਭਾਵਨਾ ਦੇ ਨਾਲ ਨਹੀਂ, ਸਾਡੇ ਕੋਲੇ ਹੁਣ ਜਿਹੜੇ ਪਰਿਵਾਰ, ਜਿਹੜੇ ਸਾਡੇ ਸੱਜਣਾਂ ਨੂੰ 5-5 7-7 ਸਾਲ ਇੱਕ ਆਰਗੇਨਾਈਜੇਸ਼ਨ ਨੂੰ ਜਿਨ੍ਹਾਂ ਨੇ ਦੇ ਤੇ, ਅੱਜ ਉਹਨਾਂ ਦੇ ਪਰਿਵਾਰ ਸਾਂਭਣ ਦੀ ਜ਼ਿੰਮੇਵਾਰੀ ਤਾਂ ਵੀ ਸਾਡੀ ਆ। ਅਸੀਂ ਉਹਨਾਂ ਨੂੰ ਤਨਖਾਹ ਨਹੀਂ ਦੇਵਾਂਗੇ, ਸਾਨੂੰ ਦੇਣੀ ਪੈਣੀ ਹੈ। ਸਾਡਾ ਪਹਿਲਾ ਪ੍ਰਾਇੋਰਟੀ ਉਹ ਹੈ ਕਿ ਅਸੀਂ ਉਹਨਾਂ ਨੂੰ ਤਨਖਾਹ ਦੇਵਾਂਗੇ। ਅਸੀਂ ਅਗਰ ਕੋਈ ਵੀ ਫੁੱਲ ਟਾਈਮ ਦੇ ਰਿਹਾ, ਰਵੀ ਭਾਜੀ ਦੇ ਰਹੇ ਆ, ਉੱਥੇ ਸਟਾਫ ਦੇ ਰਿਹਾ, ਮੈਂ ਦੇ ਰਿਹਾ, ਅਸੀਂ ਜੋ ਇੱਕ ਜੈਨੂਇਨ ਸੈਲਰੀ ਹੈਗੀ ਹੈ ਅਸੀਂ ਉਹ ਕੱਢ ਰਹੇ ਹਾਂ, ਕਿਉਂਕਿ ਅਸੀਂ ਫੁੱਲ ਟਾਈਮ ਦੇ ਰਹੇ ਹਾਂ। ਜੇ ਅੱਜ ਅਸੀਂ ਸੈਲਰੀ ਨਹੀਂ ਲਵਾਂਗੇ, ਕੱਲ੍ਹ ਨੂੰ ਸ਼ਾਇਦ ਅਸੀਂ ਆਪਣਾ ਪਰਿਵਾਰ ਨਹੀਂ ਚਲਾ ਪਾਵਾਂਗੇ ਤੇ ਸਾਡੇ ਮਨ ਦੇ ਵਿੱਚ ਵੀ ਖੋਟ ਆ ਜਾਏਗਾ ਕਿ ਯਾਰ ਮੈਂ ਪੈਸੇ ਕਿੱਧਰੋਂ ਕੱਢਣੇ ਆ। ਅੱਜ ਅਸੀਂ ਜੈਨੂਇਨਲੀ ਬਾਏ ਲਾਜ਼, ਜੋ ਇੱਕ ਇਨਕਮ ਟੈਕਸ ਦੇ ਜਾਂ ਚੈਰਿਟੀਜ਼ ਦੇ ਪਾਲਿਸੀਜ਼ ਹੁੰਦੀਆਂ, ਪ੍ਰੋਸੀਜਰਸ ਹੁੰਦੀਆਂ, ਉਸ ਦੇ ਹਿਸਾਬ ਸਿਰ ਅਸੀਂ ਆਰਗੇਨਾਈਜੇਸ਼ਨ ਰਨ ਕਰ ਰਹੇ ਹਾਂ। ਔਰ ਇੱਕ ਗੱਲ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ, NGO ਸੈਕਟਰ ਦੇ ਵਿਚਕਾਰ ਜਿੰਨੀਆਂ ਚੈਰਿਟੀਜ਼ ਕੰਮ ਕਰਦੀਆਂ, ਗੌਰਮੈਂਟ ਦੇ ਵੱਲੋਂ ਇੱਕ ਫਿਕਸ ਫਿਗਰ ਹੁੰਦੀ ਹੈ ਕਿ ਤੁਸੀਂ 15% ਆਪਣੇ ਸਟਾਫ ਦੇ ਉੱਤੇ, ਆਪਣੇ ਆਫਿਸਿਸ ਦੇ ਉੱਤੇ ਐਡਮਿਨ ਕੋਸਟ 15% ਕੱਢ ਸਕਦੇ ਹੋ, ਜਿਹੜੀ ਕਿ ਲੀਗਲੀ ਉਹ ਅਲਾਓ ਕਰਦੇ ਨੇ। ਤੇ ਖਾਲਸਾ ਏਡ ਇੰਡੀਆ ਦੀ ਜਿਹੜੀ ਪਰਸੈਂਟੇਜ ਹੈ ਉਹ 3.5% ਹੈ।
ਸੋ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਨੇ ਸੇਵਾਦਾਰ, ਸਾਡਾ ਸਟਾਫ, ਅਸੀਂ ਉਹਨੂੰ ਪਰਿਵਾਰ ਦਾ ਮੈਂਬਰ ਸਮਝਦੇ ਹਾਂ। ਸੋ ਉਹ ਭਾਵਨਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਲਈ ਜਿਹੜੀ ਤਨਖਾਹ ਹੈ ਉਹ ਸੈਕੰਡਰੀ ਹੈ। ਸੋ ਇਸ ਦੇ ਆਧਾਰ ਦੇ ਉੱਤੇ ਅਸੀਂ ਸਾਰਾ ਜਿਹੜਾ ਸਿਸਟਮ ਹੈ ਉਹ ਬਣਾਇਆ, ਤੇ ਇਸ ਦੇ ਆਧਾਰ ਦੇ ਉੱਤੇ ਹੀ ਸਾਡਾ ਅੱਗੇ ਵਧ ਰਿਹਾ। ਟ੍ਰਾਂਸਪੇਰੈਂਟ ਕਿਉਂ ਨਹੀਂ ਇੰਨਾ? ਇਹਦੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਸੰਗਤ ਅੱਗੇ ਰੱਖ ਦਿਓ ਹਰ ਸਾਲ ਵੀ ਇਸ ਸਾਲ ਇੰਨਾ ਕੁਝ ਆਇਆ ਸੀ, ਆਹ ਕੁਝ ਲੱਗ ਗਿਆ, ਇਹ ਪੈਂਡਿੰਗ ਪਿਆ, ਬੈਲੈਂਸ ਸ਼ੀਟ ਸੰਗਤ ਨੂੰ ਦੇ ਦਿਓ ਇੱਕ। ਜੇ ਇੰਨੇ ਲੋਕ ਸਵਾਲ ਕਰਦੇ ਨੇ ਤਾਂ ਉਹਨਾਂ ਨੂੰ ਜਵਾਬ ਦੇਣਾ ਵੀ ਹੱਕ ਹੈ। ਬਿਲਕੁਲ ਸਹੀ ਕਿਹਾ। ਜਦੋਂ ਸਾਡੇ ਕੋਲੇ ਇਦਾਂ ਦੇ, ਇਹ ਨਹੀਂ ਕਿ ਸਵਾਲ ਕਰਦੇ ਨੇ, ਕਈ ਤਾਂ ਸਿਰਫ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਛੱਡ ਦਿੰਦੇ ਆ। ਕਈ ਬਹੁਤ ਸਿਆਣੇ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਜਵਾਬ ਦੇ ਕੇ ਮਜ਼ਾ ਵੀ ਆਉਂਦਾ ਹੈ, ਉਹ ਸਾਨੂੰ ਈਮੇਲ ਕਰਦੇ ਆ, ਅਸੀਂ ਉਹਨਾਂ ਦੀ ਆਈਡੀ ਮੰਗੀ ਦੀ ਹੈ, ਤੁਸੀਂ ਕਿੱਥੋਂ ਦੀ ਹੋ, ਕੌਣ ਤੁਸੀਂ ਹਿਸਾਬ ਮੰਗ ਰਹੇ ਹੋ। ਬਹੁਤ ਏਜੰਸੀਜ਼ ਦੇ ਰੋਲ ਨੇ, ਬਹੁਤ ਤੁਹਾਡੇ ਇੱਦਾਂ ਦੇ ਵੀ ਬੰਦੇ ਜਿਨ੍ਹਾਂ ਨੂੰ ਅਸੀਂ ਆਪਣਾ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਅਸੀਂ ਬਕਾਇਦਾ ਆਈਡੀ ਲੈ ਕੇ ਉਹਨਾਂ ਨੂੰ ਬੈਲੈਂਸ ਸ਼ੀਟਾਂ ਈਮੇਲ ਕਰਦੇ ਹਾਂ, ਇਸ ਚੀਜ਼ ਦਾ ਰਿਕਾਰਡ ਹੈ। ਬਟ ਕਿ ਜਿਹੜਾ ਸਵਾਲ ਹੈ ਉਹ ਸੋਸ਼ਲ ਮੀਡੀਆ 'ਤੇ ਨਾ ਹੋਵੇ, ਉਹ ਸਾਨੂੰ ਈਮੇਲ ਦੇ ਜ਼ਰੀਏ ਹੋਵੇ, ਅਸੀਂ ਜਵਾਬ ਵੀ ਤੁਹਾਨੂੰ ਈਮੇਲ ਦੇ ਜ਼ਰੀਏ ਦਈਏ, ਰਿਕਾਰਡ ਦਈਏ, ਬੈਲੈਂਸ ਸ਼ੀਟਾਂ ਦਈਏ। ਸਾਡੀ ਬੈਲੈਂਸ ਸ਼ੀਟਾਂ ਆਨਲਾਈਨ ਵੀ ਪਈਆਂ ਨੇ। ਅਸੀਂ ਹੁਣ ਤੋਂ ਪਿੱਛੇ ਜੇ ਜਦ ਦੇ NIA ਦੇ ਨੋਟਿਸਿਸ ਆਏ ਨੇ, ਅਸੀਂ ਇੱਕ ਬਣਾ ਲਿਆ ਕਿ ਅਸੀਂ ਯਾਰ ਐਨੂਅਲੀ ਹੁਣ ਫੇਸਬੁੱਕ ਦੇ ਉੱਤੇ ਪਾ ਦਿਆ ਕਰੀਏ ਹਿਸਾਬ। ਅਸੀਂ ਇਹੋ ਜਿਹਾ ਲਿੰਕ ਸੈਟਅਪ ਕਰ ਰਹੇ ਹਾਂ ਹੁਣ, ਮੇਬੀ ਸ਼ਾਇਦ 2-4 ਮਹੀਨੇ ਦੇ ਵਿੱਚ ਆਨਲਾਈਨ ਹੋ ਜਾਏਗਾ, ਕਿ ਅਸੀਂ ਸਿਰਫ, ਕਿਉਂਕਿ ਗਵਰਨਮੈਂਟ ਨੂੰ ਤਾਂ ਹਿਸਾਬ ਦੇਣਾ ਹੀ ਹੈ, ਗਵਰਨਮੈਂਟ ਕੋਲੇ ਰੈਗੂਲਰਲੀ ਜਦ ਦੇ ਰਜਿਸਟਰਡ ਆ, ਉਹ ਸਾਡੀ ਲਾਇਬਿਲਿਟੀ ਹੈ ਕਿ ਸਾਨੂੰ ਫੋਲੋ ਕਰਨੀ ਪੈਂਦੀ ਹੈ। ਉਹਨਾਂ ਨੂੰ ਤਾਂ ਦੇ ਰਹੇ ਹਾਂ ਕਿ ਉਹ ਹਿਸਾਬ ਸਾਡਾ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਵੀ ਜਾਵੇ, ਉਸ ਦੇ ਉੱਤੇ ਸਾਡੇ ਸਾਰੀ ਪਲੈਨਿੰਗ ਚੱਲ ਰਹੀ ਹੈ। ਹੋਪਫੁਲੀ ਸ਼ਾਇਦ ਉਹ ਵੀ ਬਹੁਤ ਜਲਦ ਤੁਹਾਨੂੰ ਦਿਖੂਗਾ ਸਾਰਿਆਂ ਨੂੰ। ਜੋ ਕਿਸਾਨ ਅੰਦੋਲਨ ਦੇ ਵਿੱਚ ਲਗਾਤਾਰ ਖਾਲਸਾ ਏਡ ਨੇ ਕੀਤਾ ਹੈ, ਉਹਦੇ 'ਚ ਕੋਈ ਪੈਸਾ ਬਾਹਰੋਂ ਨਹੀਂ ਆਇਆ? 1 ਰੁਪਿਆ ਸਿੰਗਲ ਪੈਨੀ ਵੀ ਨਹੀਂ ਜੀ। ਰਵੀ ਸਿੰਘ ਹੁਣੇ ਬਾਕੀ ਮੁਲਕਾਂ 'ਚ ਜਾਂਦੇ, ਕਿਤੇ ਸੀਰੀਆ ਜਾ ਰਹੇ ਹੈ, ਕਿਤੇ ਹੋਰ ਮੁਲਕਾਂ 'ਚ ਜਾ ਰਹੇ ਹੈ, ਤਾਂ ਉਹਦੀ ਐਲੋਕੇਸ਼ਨ ਆਫ ਫੰਡਸ ਜਿਹੜੀ ਹੁੰਦੀ ਹੈ, ਉਹ ਪੈਸਾ ਕਦੇ ਬਾਹਰੋਂ ਇੰਡੀਆ ਨਹੀਂ ਆਉਂਦਾ? ਨਹੀਂ ਜੀ ਨਹੀਂ, ਸਾਡਾ ਡਾਇਰੈਕਟ ਬੈਨੀਫੀਸ਼ਰੀਜ਼ ਨੂੰ ਅਸੀਂ ਸਪੋਰਟ ਦੇ ਦਿੰਦੇ ਹਾਂ ਇਨ ਕਾਈਂਡ ਦੇ ਵਿਚਕਾਰ, ਬਟ ਅਸੀਂ ਪੈਸਾ ਆਪਣੇ ਖਾਲਸਾ ਏਡ ਇੰਡੀਆ ਦੇ ਵਿੱਚ ਬਾਈ ਲਾਅ ਲੈ ਹੀ ਨਹੀਂ ਸਕਦੇ। ਸਾਡਾ ਇਹ ਰੂਲ ਬਣਾਇਆ ਹੋਇਆ ਕਿ ਅਸੀਂ FCRA ਅਪਰੂਵਡ ਹੀ ਨਹੀਂ ਆ। ਅਸੀਂ ਜੋ ਵੀ ਪੈਸਾ ਇੱਥੋਂ ਦੀ ਜਨਰੇਟ ਹੁੰਦਾ ਉਹੀ ਪੈਸਾ ਅਸੀਂ ਐਲੋਕੇਟ ਕਰਦੇ ਹਾਂ। ਹੁਣ ਕੋਵਿਡ ਦੇ ਵਿੱਚ ਘਰ ਫੰਡਿੰਗ ਚੱਲ ਰਹੀ ਹੈ, ਕੌਨਸਨਟ੍ਰੇਟਰ ਦੀ ਸੇਵਾ ਚੱਲ ਰਹੀ ਹੈ, ਜੇ ਕਿਸੇ ਨੇ ਦੇਣਾ ਹੈ ਆਕਸੀਜਨ ਦੀ ਮਸ਼ੀਨ, ਤੁਸੀਂ ਮਸ਼ੀਨ ਦੇ ਸਕਦੇ ਹੋ। ਅਸੀਂ ਪੈਸਾ ਨਹੀਂ ਬਾਹਰੋਂ ਲੈਣਾ, ਕੈਸ਼ ਨਹੀਂ ਲੈਣਾ, ਨਹੀਂ ਲੈ ਰਹੇ, ਕਿਸੇ ਤੋਂ ਵੀ ਨਹੀਂ ਲੈ ਰਹੇ, ਬੈਂਕ ਟ੍ਰਾਂਜੈਕਸ਼ਨ ਵੀ ਨਹੀਂ ਲੈ ਰਹੇ, ਕੈਸ਼ ਤਾਂ ਬਹੁਤ ਦੂਰ ਦੀ ਗੱਲ ਹੈ। ਬਾਹਰੋਂ ਦੀ ਪੈਸਾ ਜੇ ਆ ਰਿਹਾ ਔਰ ਸਾਡੇ ਅਕਾਊਂਟ ਦੇ ਵਿੱਚ ਰਿਫਲੈਕਟ ਹੁੰਦਾ ਹੈ ਕਿ ਕਿਸੇ ਨੇ 5 ਲੱਖ ਰੁਪਏ ਪਾਇਆ, ਉਹ 5 ਲੱਖ ਰੁਪਏ 2 ਦਿਨ ਬਾਅਦ ਵਾਪਸ ਚਲਾ ਜਾਂਦਾ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਹੋਇਆ ਬੈਂਕ ਨੂੰ ਬਾਹਰੋਂ ਦੀ ਕੋਈ ਵੀ ਫੰਡਿੰਗ ਹੈ ਕੈਸ਼ ਨਹੀਂ ਕਰਨੀ। ਸਾਡੇ ਪਾਉਂਦੇ ਆ ਲੋਕ, ਪਾਉਂਦੇ ਨੇ। ਪਿਛਲੇ ਸਾਲ ਦਾ ਤਕਰੀਬਨ 70 ਤੋਂ 75 ਲੱਖ ਰੁਪਇਆ ਕਿਸਾਨੀ ਮਸਲੇ ਦੇ ਵਿੱਚ ਬੈਕ ਵਾਪਸ ਗਿਆ, ਰਿਵਰਸ ਗਿਆ ਖਾਲਸਾ ਏਡ ਇੰਡੀਆ ਦੇ ਅਕਾਊਂਟ 'ਚੋਂ, ਕਿਉਂਕਿ ਸਾਡੇ ਕੋਲੇ ਪਰਮਿਸ਼ਨ ਨਹੀਂ ਹੈ ਤੇ ਅਸੀਂ ਲੈਣਾ ਵੀ ਨਹੀਂ ਚਾਹੁੰਦੇ, ਕਿਉਂਕਿ ਸਾਨੂੰ ਪਤਾ ਹੈ ਇਸ ਚੀਜ਼ ਦੇ ਨਾਲ ਕਿੰਨੇ ਤਰੀਕਿਆਂ ਦੇ ਨਾਲ ਸਾਨੂੰ ਇਸ ਚੀਜ਼ ਦੇ ਉੱਤੇ ਸਾਡੇ ਉੱਤੇ ਨਿਗਾਹਾਂ ਨੇ। ਤੁਹਾਨੂੰ ਇਹ ਲੱਗਦਾ ਹੈ ਕਿ ਸਰਕਾਰ ਇਸ ਤਰ੍ਹਾਂ ਇਹ ਟੂਲ ਵਰਤ ਕੇ ਤੁਹਾਨੂੰ ਕਦੇ ਫਸਾ ਸਕਦੀ ਹੈ, ਜਾਂ ਇਹੋ ਜਿਹੀ ਕੋਈ ਮਨਸ਼ਾ ਹੈਗੀ ਹੈ? ਦੇਖੋ ਭਾਜੀ, ਗੱਲ ਇੱਦਾਂ ਹੈ ਕਿ ਅਸੀਂ ਬਹੁਤ ਨੇੜਿਓਂ ਏਜੰਸੀਜ਼ ਦੇ ਨਾਲ ਵਿਚਰੇ ਹਾਂ, ਜਿੱਥੇ ਚੰਗੇ ਬੰਦੇ ਵੀ ਬਹੁਤ ਮਿਲੇ ਆ ਸਾਨੂੰ। ਅਸੀਂ ਇਨਕੁਆਇਰੀਆਂ 'ਤੇ ਜਾਂਦੇ ਹਾਂ। ਪਿਛਲੇ ਮਾਰਚ ਦੇ ਮਹੀਨੇ ਦੇ ਵਿੱਚ 31 ਮਾਰਚ ਫਾਈਨੈਂਸ਼ੀਅਲ ਈਅਰ ਐਂਡ ਹੁੰਦਾ, ਇਸ ਸਾਲ ਦੀ ਗੱਲ ਕਰ ਰਹੇ ਹਾਂ 2021 ਦੀ, ਪੁਰਾਣੀ ਗੱਲ ਨਹੀਂ ਕਰ ਰਿਹਾ, ਸਾਨੂੰ 5 ਇਨਕਮ ਟੈਕਸ ਦੇ ਨੋਟਿਸ ਆਏ। ਸੋ ਸਾਨੂੰ ਪਤਾ ਹੈ ਕਿ ਕਿਸ ਕਿਸ ਐਂਗਲ ਤੋਂ ਸਾਡੇ ਉੱਤੇ ਨਜ਼ਰਾਂ ਰੱਖੀਆਂ ਜਾ ਰਹੀਆਂ, ਕਿਉਂਕਿ ਇੰਨੇ ਸਾਲਾਂ ਦਾ ਕੁਝ ਲੱਭਿਆ ਨਹੀਂ ਜਾ ਰਿਹਾ। ਬਟ ਹੁਣ ਜਿਸ ਹਿਸਾਬ ਸਿਰ ਗਰੋਥ ਹੋ ਰਹੀ ਹੈ, ਜਿਸ ਹਿਸਾਬ ਸਿਰ ਇੱਕ ਪੋਜੀਸ਼ਨ ਤੇ ਪਹੁੰਚਦੀ ਜਾ ਰਹੀ ਹੈ ਖਾਲਸਾ ਏਡ, ਲੋਕਾਂ ਦਾ ਇੱਕ ਮਤਲਬ ਦਿਲਾਂ ਦੇ ਉੱਤੇ ਛਾ ਰਹੀ ਹੈ, ਤੇ ਸਾਡੇ ਉੱਤੇ ਨਿਗਾਹਾਂ ਵੀ ਬਹੁਤ ਨੇ। ਸੋ ਅਸੀਂ ਪ੍ਰੀਕਾਸ਼ਨ ਲੈਣਾ ਚਾਹੁੰਦੇ ਹਾਂ, ਜਾਂ ਤਾਂ ਹੋਵੇ ਸਾਨੂੰ ਫੰਡਿੰਗ ਦੀ ਘਾਟ ਹੋਵੇ, ਸਾਨੂੰ ਇੰਡੀਆ ਦੇ ਲੋਕ ਹੀ ਨਹੀਂ ਮਤਲਬ ਲਾਈਕ ਥੋੜ ਪੈਣ ਦੇ ਰਹੇ, ਤੇ ਅਸੀਂ ਬਾਹਰ ਸੋਚਣਾ ਹੀ ਸਾਡਾ। ਗੈਰ ਸਿੱਖ ਵੀ ਆਉਂਦੇ ਅੱਗੇ, ਗੈਰ ਸਿੱਖ ਵੀ 100% ਜੀ, ਗੈਰ ਸਿੱਖ ਵੀ ਆਉਂਦੇ ਆ, ਵੱਡੇ ਵੱਡੇ ਕਾਰਪੋਰੇਟਸ ਵੀ ਆਉਂਦੇ ਨੇ, ਮਤਲਬ ਦੂਜੇ ਸੰਸਥਾਵਾਂ ਦੇ, ਦੂਜੀ ਫੇਥ ਬੇਸਡ ਹਿੰਦੂਆਂ ਦੀ ਆਰਗੇਨਾਈਜੇਸ਼ਨਸ, ਸਿੱਖਾਂ ਦੀਆਂ, ਮੁਸਲਮਾਨਾਂ ਦੀ ਆਰਗੇਨਾਈਜੇਸ਼ਨ ਆ ਕੇ ਡੋਨੇਸ਼ਨ ਦਿੰਦੀਆਂ। ਹੁਣ ਸਾਡੇ ਪਿੱਛੇ ਜੇ ਇੱਕ ਪ੍ਰੋਜੈਕਟ ਸੀਗਾ, ਇੱਕ ਮੁਸਲਮਾਨਾਂ ਦੀ ਮਲੇਰਕੋਟਲੇ ਦੀ ਆਰਗੇਨਾਈਜੇਸ਼ਨ ਸੀ, ਉਹਨਾਂ ਨੇ ਲੱਖਾਂ ਰੁਪਏ ਡੋਨੇਟ ਕੀਤਾ ਸਾਨੂੰ। ਸੋ ਮਤਲਬ ਇਹ ਪਿਆਰ ਹੈ। ਅਸੀਂ ਚਾਹੁੰਦੇ ਕਿ ਇੱਥੇ ਹੀ ਸਿਸਟਮ ਚਲਾਈਏ, ਹਜੇ ਸਾਨੂੰ ਬਾਹਰ ਦੇਖਣ ਦੀ ਲੋੜ ਨਹੀਂ। ਸੋ ਜਦੋਂ ਇਨ ਫਿਊਚਰ ਕਦੇ ਲੋੜ ਪਏਗੀ ਤਾਂ ਇਹ ਵੀ ਨਹੀਂ ਕਿ ਅਸੀਂ ਲੈਣਾ ਹੀ ਨਹੀਂ, ਤਾਂ ਜਦੋਂ ਲੋੜ ਪਏਗੀ ਅਸੀਂ ਪਰਮਿਸ਼ਨਸ ਲੈ ਵੀ ਲਵਾਂਗੇ। ਕਦੇ ਦੁੱਖ ਹੁੰਦਾ ਹੈ ਕਿ ਸਰਕਾਰ ਨੇ ਤਾਂ ਸਵਾਲ ਕਰਨੇ ਆ, ਕਈ ਆਪਣੇ ਵੀ ਸਵਾਲ ਕਰਦੇ ਨੇ, ਕਈ ਆਪਣੇ ਵੀ, ਹਾਲਾਂਕਿ ਸਾਰੇ ਹੀ ਆਪਣੇ ਨੇ, ਹਿਊਮੈਨਿਟੀ ਇੱਕ ਹੈ। ਖਾਲਸਾ ਏਡ ਦਾ ਤਾਂ ਸਲੋਗਨ ਹੀ ਇਹ ਹੈ ਕਿ ਹਿਊਮਨ ਰੇਸ ਐਜ਼ ਵਨ ਟਰੀਟ ਕਰਦੇ ਹੋ, ਪਰ ਆਪਣਿਆਂ ਤੋਂ ਭਾਵ ਹੈ ਕਿ ਜਿਹੜੇ ਹਮੇਸ਼ਾ ਨਾਲ ਵਿਚਰਨ ਵਾਲੇ ਵੀ ਕਈ ਵਾਰੀ ਕੁਐਸਚਨ ਕਰ ਦਿੰਦੇ ਆ, ਦੁੱਖ ਹੁੰਦਾ? ਦੇਖੋ, ਜੇ ਤਾਂ ਕੋਈ ਜੈਨੂਇਨਲੀ ਕੁਐਸਚਨ ਕਰਦਾ ਤਾਂ ਖੁਸ਼ੀ ਵੀ ਬਹੁਤ ਹੁੰਦੀ ਹੈ ਕਿ ਯਾਰ ਜੋ ਗੁਰਬਾਣੀ 'ਚ ਲਿਖਿਆ ਹੈ ਕਿ ਅਕਲੀ ਸਾਹਿਬ ਸੇਵੀ ਅਕਲੀ ਕੀਚੇ ਦਾਨ। ਸੋ ਮਤਲਬ ਵੀ ਉਹ ਯਾਰ ਆਪਣਾ ਦਾਨ ਦੇ ਰਹੇ ਆ ਤੇ ਕੁਐਸਚਨ ਵੀ ਰਾਈਟ ਕਰ ਰਹੇ ਨੇ। ਬਟ ਜਿਹੜੇ ਸਿਰਫ ਫੇਸਬੁੱਕ ਹੀ ਗਿਆਨੀ ਬਣੇ ਹੋਏ ਨੇ, ਸਿਰਫ ਫੇਸਬੁੱਕ ਤੇ ਪਾ ਕੇ ਛੱਡ ਦੇਣਾ ਵੀ ਹੁਣ ਫੇਸਬੁੱਕ ਤੇ ਹਿਸਾਬ ਆਏਗਾ, ਉਹ ਚੀਜ਼ ਦੁੱਖ ਦਿੰਦੀ ਹੈ ਕਿ ਯਾਰ ਆਪਾਂ
ਕ੍ਰਿਟਿਸਿਜ਼ਮ ਕਰੀਏ ਬਟ ਕੰਸਟਰਕਟਿਵ ਵੇ 'ਚ ਕਰੀਏ, ਅਸੀਂ ਗੱਲਬਾਤ ਕਰੀਏ ਕੰਸਟਰਕਟਿਵ ਵੇ 'ਚ ਕਰੀਏ, ਅਸੀਂ ਪੁੱਛੀਏ ਯਾਰ ਕੁਐਸਚਨ, ਕਿਉਂ ਨਾ ਪੁੱਛੀਏ। ਅੱਜ ਆਪਾਂ ਕਹਿੰਦੇ ਹਾਂ ਸਾਨੂੰ ਸਰਕਾਰਾਂ ਤੋਂ ਸਵਾਲ ਕਰਨੇ ਚਾਹੀਦੇ ਆ, ਤੇ ਸਾਨੂੰ NGOs ਤੋਂ ਵੀ ਸਵਾਲ ਕਰਨੇ ਚਾਹੀਦੇ ਆ। ਖਾਲਸਾ ਏਡ ਕੀ ਜਿੰਨੀਆਂ ਜਥੇਬੰਦੀਆਂ ਨੇ ਸਾਰਿਆਂ ਨੂੰ ਕਹੋ ਵੀ ਅਕਾਊਂਟਸ ਪਾਓ, ਅਸੀਂ ਤਾਂ ਪਾਉਂਦੇ ਵੀ ਹਾਂ ਤੇ ਤਾਂ ਵੀ ਸਾਨੂੰ ਕੁਐਸਚਨ ਹੁੰਦੇ। ਬਟ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਇਸ ਨੈਗੇਟਿਵ ਚੀਜ਼ ਦੇ ਵਿਚਕਾਰ ਵੱਧਦਾ ਜਾ ਰਿਹਾ ਨਾ, ਉਹ ਕਿਤੇ ਨਾ ਕਿਤੇ ਤੁਹਾਨੂੰ ਡੀਫੇਮ ਕਰਦਾ, ਤੁਹਾਡੀ ਕ੍ਰੈਡੀਬਿਲਿਟੀ ਡਾਊਨ ਕਰਦਾ। ਉੱਥੇ ਦੁੱਖ ਹੁੰਦਾ ਹੈ ਕਿ ਯਾਰ ਸਾਡੇ ਨਾਲ ਹਜ਼ਾਰਾਂ ਵੋਲੰਟੀਅਰਸ ਜੁੜੇ ਆ, ਅਸੀਂ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਜਿੱਥੇ ਅਸੀਂ ਆਪਣੇ ਬੰਦੇ ਵੀ ਗਵਾ ਲਏ ਨੇ ਐਕਸੀਡੈਂਟਾਂ ਦੇ ਵਿੱਚ, ਸੇਵਾਵਾਂ ਦੇ ਵਿਚਕਾਰ ਉਹਨਾਂ ਦੀ ਜਾਨਾਂ ਚਲੀ ਚੁੱਕੀਆਂ, ਤੇ ਤਾਂ ਵੀ ਤੁਸੀਂ ਕ੍ਰਿਟਿਸਿਜ਼ਮ ਕਰ ਰਹੇ ਹੋ। ਐਟਲੀਸਟ ਇਸ ਲੈਵਲ ਤੇ ਨਾ ਹੋ ਨਾ, ਜੇ ਕ੍ਰਿਟਿਸਿਜ਼ਮ ਕਰਨਾ ਤੁਸੀਂ ਕੰਸਟਰਕਟਿਵ ਵੇਚ ਕਰੋ। ਸੋ ਉਸੇ ਕਰਕੇ ਕੋਈ ਹਾਰਡ ਟਾਈਮ ਆਇਆ ਇਹੋ ਜਿਹਾ ਕਦੇ ਲੱਗਿਆ ਹੋਵੇ ਕਿ ਯਾਰ ਬਸ ਬਹੁਤ ਹੋ ਗਿਆ ਹੁਣ ਨਹੀਂ ਕਰਨਾ ਇਹ? ਹਰ ਪ੍ਰੋਜੈਕਟ ਤੇ ਆਉਂਦਾ ਜਦੋਂ ਵੀ ਕਿਤੇ ਐਕਸਟ੍ਰੀਮ 'ਚ ਮਤਲਬ ਇੱਕ ਨਵਾਂ ਇਨੀਸ਼ੀਏਟਿਵ ਲੈ ਕੇ ਨਿਕਲਦੇ ਆ, ਨਵੀਂ ਸੇਵਾਵਾਂ ਦਾ ਇੱਕ ਨਵੀਂ ਹਾਈਟਸ ਤੇ ਪਹੁੰਚਦੇ ਆ, ਤਾਂ ਹਮੇਸ਼ਾ ਕ੍ਰਿਟਿਸਿਜ਼ਮ ਵੀ ਨਵੀਂ ਹਾਈਟਸ ਤੇ ਪਹੁੰਚਦਾ। ਤਾਂ ਸੋਚਦੇ ਕਿ ਯਾਰ ਇਹ ਕਿਹੜਾ ਮਤਲਬ ਕੀ ਕੀਤਾ ਕੀ ਹੈ ਯਾਰ, ਇੱਕ ਸੇਵਾ ਨੂੰ ਇੱਕ ਨਵਾਂ ਦਾ ਰੂਪ ਦੇ ਕੇ ਇੱਕ ਨਵੇਂ ਆਈਡੀਆਜ਼ ਇੰਪਲੀਮੈਂਟ ਕਰ ਰਹੇ ਹਾਂ ਗਰਾਊਂਡ ਦੇ ਉੱਤੇ, ਜੋ ਕਿ ਹਮੇਸ਼ਾ ਸਾਡੀ ਕੋਸ਼ਿਸ਼ ਰਹੀ ਹੈ ਕਿ ਨਵੇਕਲਾ ਉਪਰਾਲਾ ਕਰੀਏ, ਨਵੇਂ ਢੰਗ ਦੇ ਨਾਲ ਸੇਵਾ ਕਰੀਏ। ਤੇ ਉੱਥੇ ਕ੍ਰਿਟਿਸਿਜ਼ਮ ਵੀ ਨਵਾਂ ਆਉਂਦਾ। ਹੁਣ ਕਿਸਾਨੀ ਮਸਲੇ ਦੇ ਵਿੱਚ ਦੇਖਿਆ ਬਜ਼ੁਰਗਾਂ ਦੂਰੋਂ ਤੁਰ ਕੇ ਆ ਰਹੇ ਨੇ, ਮਸਾਜ ਮਸ਼ੀਨਾਂ ਲਾਤੀਆਂ, ਉਹ ਕ੍ਰਿਟਿਸਿਜ਼ਮ ਕਿੱਥੇ ਤੱਕ ਪਹੁੰਚ ਗਿਆ ਇੰਟਰਨੈਸ਼ਨਲ ਲੈਵਲ ਤੇ ਕਿ ਕਿਸਾਨਾਂ ਕੋਲੇ ਮਸਾਜ ਮਸ਼ੀਨਾਂ ਨੇ। ਬਟ ਉੱਥੇ ਹੁੰਦਾ ਕਿ ਯਾਰ ਇਹ ਕਿਹੜਾ ਪੰਗਾ ਲੈ ਲਿਆ ਸੀਗਾ, ਮਤਲਬ ਇਹ ਨਾ ਹੀ ਕਰਦੇ ਯਾਰ, ਲੱਤਾਂ ਘੁੱਟੀ ਦਿੰਦੇ, ਮਤਲਬ ਕਈ ਵਾਰ ਹੁੰਦਾ ਹੈ। ਬਟ ਇਹ ਚੀਜ਼ਾਂ ਸਿਖਾਉਂਦੀਆਂ ਬਹੁਤ। ਪਰ ਮੈਨੂੰ ਲੱਗਦਾ ਸੰਗਤ ਨੇ ਇਸ ਵਾਰ ਕੀ ਕਦੇ ਵੀ ਕਮੀ ਨਹੀਂ ਆਉਣ ਦਿੱਤੀ। ਹੜ੍ਹਾਂ ਦੇ ਵਿੱਚ ਹੋਵੇ, ਉੱਤਰਾਖੰਡ ਤਾਂ ਤੁਸੀਂ ਬਹੁਤ ਪਹਿਲਾਂ ਗਏ ਸੀ, ਹੁਣ ਰੀਸੈਂਟ ਪੰਜਾਬ 'ਚ ਹੜ੍ਹ ਆਏ, ਤੁਸੀਂ ਕੇਰਲਾ ਗਏ, ਤੁਸੀਂ ਨੇਪਾਲ ਗਏ, ਇੱਥੇ ਹੋਵੇ, ਮੈਨੂੰ ਲੱਗਦਾ ਕਦੇ ਵੀ ਕਮੀ ਨਹੀਂ ਆਈ ਕਿਸੇ। ਭਾਜੀ ਹੁਣ ਤੱਕ ਤਕਰੀਬਨ ਅਗਰ ਮੈਂ ਗਲਤ ਨਾ ਹੋਵਾਂ ਤਾਂ 35 ਤੋਂ 36 ਮਿਸ਼ਨਸ ਦੇ ਵਿੱਚ ਅਸੀਂ ਪਾਰਟਿਸਿਪੇਟ ਕਰ ਚੁੱਕੇ ਹਾਂ ਐਜ਼ ਅ ਖਾਲਸਾ ਏਡ ਇੰਡੀਆ। ਪੂਰਾ ਅਸੀਂ ਜੋ ਇੱਥੋਂ ਦੀ ਲੀਡ ਕੀਤਾ, ਇੰਟਰਨੈਸ਼ਨਲ ਪ੍ਰੋਜੈਕਟਸ ਦੀ ਗੱਲ ਨਹੀਂ ਕਰ ਰਹੇ, ਵਿਦ ਇਨ ਇੰਡੀਆ ਦੀ ਗੱਲ ਕਰ ਰਹੇ। ਪਰ ਅੱਜ ਤੱਕ ਸਾਨੂੰ ਸੰਗਤਾਂ ਨੂੰ ਇਹ ਕਹਿਣਾ ਪਿਆ ਵੀ ਅਸੀਂ ਆਹ ਲਿੰਕ ਬੰਦ ਕਰਨ ਲੱਗੇ ਹਾਂ, ਹੁਣ ਡੋਨੇਸ਼ਨਸ ਨਹੀਂ ਚਾਹੀਦੀਆਂ। ਇਹ ਆਇਆ ਕਿਉਂਕਿ ਸੰਗਤ ਦਾ ਵਿਸ਼ਵਾਸ ਬਹੁਤ ਬਿਲਡ ਹੋਇਆ। ਅਸੀਂ ਉਹੀ ਵਿਸ਼ਵਾਸ ਦੇ ਨਾਲ ਹੀ ਕੰਮ ਕਰ ਰਹੇ, ਉਸੇ ਟਰਾਂਸਪੇਰੈਂਸੀ ਦੇ ਨਾਲ ਹੀ ਕੰਮ ਕਰ ਰਹੇ। ਸੋ ਕਦੇ ਵੀ ਨਹੀਂ ਕਿਸੇ ਨੂੰ ਵੀ ਨਹੀਂ ਆਏਗਾ, ਮੈਂ ਕਹਿੰਦਾ ਇਕੱਲੀ ਖਾਲਸਾ ਏਡ ਨਹੀਂ, ਕੋਈ ਵੀ ਜਥੇਬੰਦੀ ਹੋਵੇ, ਜੇ ਉਹਦੀ ਇੰਟੈਂਸ਼ਨਸ ਗੁੱਡ ਨੇ, ਜੇ ਉਹਨਾਂ ਦਾ ਕੌਜ਼ ਗੁੱਡ ਹੈ, ਤੇ ਆਈ ਥਿੰਕ ਸੰਗਤ ਕਦੇ ਵੀ ਥੋੜ ਨਹੀਂ ਆਉਣ ਦੇਊਗੀ। ਰਵੀ ਸਿੰਘ ਹੋਣਾ ਨੂੰ ਇਹ ਵੀ ਕ੍ਰਿਟਿਸਿਜ਼ਮ ਸਹਿਣਾ ਪਿਆ ਕਿ ਪੰਜਾਬ ਵਾਸਤੇ ਕੁਝ ਨਹੀਂ ਕਰਦੇ, ਆਪਣੇ ਪੰਜਾਬ ਵਾਸਤੇ ਜਾਂ ਆਪਣੀ ਕੌਮ ਵਾਸਤੇ ਨਹੀਂ, ਹੋਰ ਪਾਸੇ ਭੱਜੇ ਫਿਰਦੇ ਹੋ, ਇੱਥੇ ਪਹਿਲਾਂ ਸੰਭਾਲ ਲਓ ਚੀਜ਼ਾਂ ਜੇ ਸੰਭਾਲ ਸਕਦੇ ਹੋ। ਤੁਸੀਂ ਪਰਸਨਲੀ ਕਦੇ ਤੁਹਾਡੀ ਜਦੋਂ ਗੱਲਬਾਤ ਹੁੰਦੀ ਹੈ ਡਿਫਰ ਕੀਤੇ ਹੋ ਚੀਜ਼ਾਂ ਤੇ ਕਿ ਨਹੀਂ ਸਾਨੂੰ ਇਹ ਕਰਨਾ ਚਾਹੀਦਾ, ਜਾਂ ਓਪੀਨੀਅਨ ਤੁਹਾਡਾ ਡਿਫਰ ਕਰਦਾ? ਦੇਖੋ ਸਿੰਪਲ ਜੀ ਚੀਜ਼ ਹੈ ਕਿ ਮੈਜੋਰਿਟੀ ਅਗਰ ਆਪਾਂ ਡੋਨੇਸ਼ਨਸ ਦੀ ਗੱਲ ਕਰੀਏ, ਮੈਜੋਰਿਟੀ ਦੀ ਤੇ ਸਾਨੂੰ ਆਪਣੀ ਕਮਿਊਨਿਟੀ ਤੋਂ ਆ ਰਹੀ ਹੈ, ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ ਹੈ। ਪਰ ਅਗਰ ਆਪਾਂ ਗੱਲ ਕਰੀਏ ਕਿ ਸਾਡੀ ਜ਼ਿੰਮੇਵਾਰੀ ਕੀ ਹੈ, ਜਿਸ ਸੋਚ ਤੋਂ ਸਰਬੱਤ ਦੇ ਭਲੇ ਦੇ ਕਨਸੈਪਟ ਤੋਂ ਸ਼ੁਰੂ ਹੋਈ ਸੀ, ਜਿਸ ਸੋਚ ਨੂੰ ਅਸੀਂ ਪ੍ਰੈਕਟੀਕਲੀ ਐਗਜ਼ੀਕਿਊਟ ਕੀਤਾ, ਤੇ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਰਿਫਿਊਜੀਆਂ ਨੂੰ ਇਗਨੋਰ ਨਹੀਂ ਕਰ ਸਕਦੇ, ਲੜਾਈਆਂ ਜਿੱਥੇ ਲੱਗੀਆਂ ਉੱਥੇ ਪਾਣੀ ਪਿਲਾਉਣ ਨੂੰ ਇਗਨੋਰ ਨਹੀਂ ਕਰ ਸਕਦੇ। ਬਟ ਉਸ ਦੇ ਨਾਲ ਪੈਰਲਲੀ ਇੱਕ ਚੀਜ਼ ਇਹ ਵੀ ਸਮਝਣੀ ਪੈਣੀ ਹੈ ਜਿਹੜੀ ਕਿ ਲੋਕ ਨਹੀਂ ਸਮਝਦੇ, ਕਿ ਸਾਡਾ 60% ਖਰਚਾ ਅੱਜ ਵੀ ਪੰਜਾਬ 'ਚ ਹੋ ਰਿਹਾ। 60% ਖਰਚਾ ਸਾਡੀ ਕਮਿਊਨਿਟੀ ਤੇ ਹੋ ਰਿਹਾ। ਬਟ ਗੱਲ ਇਹ ਹੈ ਕਿ ਹੁਣ ਦੋ ਚੀਜ਼ਾਂ ਨੇ, ਇੱਕ ਜਦੋਂ ਇੱਕ ਸਿੱਖ ਦੀ ਮਦਦ ਕਰਦਾ ਨਾ, ਤੇ ਉਹਨੂੰ ਕਹਿੰਦੇ ਕਿ ਯਾਰ ਇਹ ਤਾਂ ਤੇਰੀ ਡਿਊਟੀ ਹੈ, ਤੂੰ ਕਰਨੀ ਹੈ, ਜੋ ਕਿ ਅਸੀਂ ਸਮਝਦੇ ਵੀ ਹਾਂ। ਜਦੋਂ ਇੱਕ ਸਿੱਖ ਕਿਸੇ ਦੂਜੀ ਕੌਮ ਦੀ ਮਦਦ ਕਰਦਾ ਨਾ, ਤਾਂ ਹਾਈਲਾਈਟ ਐ ਹੋ ਜਾਂਦੀ ਹੈ। ਇਸ ਚੀਜ਼ ਸਾਡਾ ਕਸੂਰ ਨਹੀਂ ਹੈ, ਇਸ ਚੀਜ਼ 'ਚ ਲੋਕਾਂ ਦੀ ਅਸੈਪਟੈਂਸ ਦਾ ਕਸੂਰ ਕਹਿ ਸਕਦੇ ਹਾਂ, ਜਾਂ ਉਹਨਾਂ ਦਾ ਇੰਟਰਸਟ ਕਹਿ ਸਕਦੇ ਹਾਂ ਕਿ ਉਹਨਾਂ ਦਾ ਇੰਟਰਸਟ ਉਸ ਵੱਲ ਜ਼ਿਆਦਾ ਝੁਕਾਵ ਜਾਂਦਾ ਹੈ। ਬਟ ਅਸੀਂ ਆਪਣੇ ਵੱਲੋਂ ਹਮੇਸ਼ਾ ਸਾਡੀ ਪ੍ਰਾਇੋਰਟੀ ਰਹੀ ਹੈ ਸਾਡਾ ਪੰਜਾਬ, ਕਿਉਂਕਿ ਫੇਥ ਬੇਸਡ ਆਰਗੇਨਾਈਜੇਸ਼ਨ ਹੈ, ਸਿੱਖ ਪ੍ਰਿੰਸੀਪਲਸ ਦੇ ਉੱਤੇ ਕੰਮ ਕਰ ਰਹੀ ਹੈ। ਅਸੀਂ ਹਮੇਸ਼ਾ ਪੰਜਾਬ ਨੂੰ ਤਰਜੀਹ ਦਿੱਤੀ ਹੈ ਔਰ ਹਮੇਸ਼ਾ ਦਿੰਦੇ ਵੀ ਰਵਾਂਗੇ, ਬਟ ਨਾਲ ਅਸੀਂ ਇਗਨੋਰ ਨਹੀਂ ਕਰਾਂਗੇ ਕਿਸੇ ਵੀ ਚੀਜ਼ ਨੂੰ। ਕੀ ਤੁਸੀਂ ਪ੍ਰੋ ਖਾਲਿਸਤਾਨ ਹੋ? ਨਹੀਂ ਜੀ। ਅਕਸਰ ਐਸੀਆਂ ਚਰਚਾਵਾਂ ਹੁੰਦੀਆਂ ਕਿ ਰਵੀ ਸਿੰਘ ਹੋਣਾ ਦੇ ਬਹੁਤ ਸਾਰੇ ਐਸੇ ਸਟੇਟਸ ਆਉਂਦੇ ਹੈ ਜਿੱਥੋਂ ਇਹ ਕਿਹਾ ਜਾਂਦਾ ਹੈ ਕਿ ਇਹ ਅਸੈਸ ਕੀਤਾ ਜਾਂਦਾ ਹੈ ਕਿ ਰਵੀ ਸਿੰਘ ਪ੍ਰੋ ਖਾਲਿਸਤਾਨ ਨੇ। ਦੇਖੋ ਹੁਣ ਕਈ ਵਾਰ ਜਿੱਥੇ ਮੈਂ ਬਾਹਰਲੇ ਮੁਲਕ 'ਚ ਜਾਵਾਂ, ਜਦੋਂ ਸਪੀਚ ਦਈਏ ਕਿ ਸਾਡੇ ਨਾਲ 84 ਦੇ ਵਿਚਕਾਰ ਇਹ ਹੋਇਆ, ਸਾਡੇ ਉੱਤੇ ਤਸ਼ੱਦਦ ਕੀਤੇ, ਨਜਾਇਜ਼ ਮੁੰਡੇ ਮਾਰੇ, ਤਾਂ ਅਸੀਂ ਖਾਲਿਸਤਾਨ ਪ੍ਰੋ ਖਾਲਿਸਤਾਨ ਕਹਿ ਲੈਂਦੇ ਨੇ ਸਾਨੂੰ, ਠੀਕ ਹੈ। ਜਦੋਂ ਅਸੀਂ ਓਪਨਲੀ ਬੋਲਦੇ ਹਾਂ ਜੋ ਸਾਡੇ ਉੱਤੇ ਹੋਇਆ, ਮੇਰੀ ਆਪਣੀ ਫੈਮਿਲੀ ਦੇ ਉੱਤੇ ਹੋਇਆ, ਸਾਡੀਆਂ ਦੁਕਾਨਾਂ ਸਾੜੀ ਗਈਆਂ, ਸਾਡੇ ਉੱਤੇ ਹੋਇਆ, ਅਸੀਂ ਆਪਣਾ ਇਤਿਹਾਸ ਜਦੋਂ ਦੱਸਦੇ ਹਾਂ ਤਾਂ ਅਸੀਂ ਖਾਲਿਸਤਾਨ ਵਾਲੇ ਹੋ ਜਾਂਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਵੀ ਇਹਨਾਂ ਦੀ ਹੈਲਪ ਕਰ ਰਹੇ ਹਾਂ ਤਾਂ ਸਾਨੂੰ ਕਿਹਾ ਜਾਂਦਾ
ਨਹੀਂ ਤੁਸੀਂ ਤਾਂ ਯਾਰ ਕਾਮਰੇਡੀ ਸੋਚ ਨਹੀਂ ਹੋਗੀ ਤੁਹਾਡੇ 'ਚ ਕੋਈ ਇਹੋ ਜਿਹੇ ਬੰਦੇ ਤਾਂ ਨਹੀਂ ਵੜ ਗਏ ਕਿਤੇ ਕਿ ਤੁਸੀਂ ਯਾਰ ਨਿਊਟਰਲੀ ਚੱਲਣ ਲੱਗ ਗਏ। ਸੋ ਇਹ ਟੇਸਟ ਦੀ ਗੱਲ ਹੈ ਕਿ ਤੁਸੀਂ ਕਿਸ ਐਂਗਲ ਤੋਂ, ਕਿਸ ਨਜ਼ਰੀਏ ਤੋਂ ਲੋਕਾਂ ਨੂੰ ਦੇਖ ਰਹੇ ਹੋ, ਸਾਨੂੰ ਦੇਖ ਰਹੇ ਹੋ, ਵੀ ਜਿੱਥੇ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੀ ਗੱਲ ਕਰਨੀ ਹੈ ਅਸੀਂ ਉਹ ਕਰਨੀ ਹੈ। ਅੱਜ ਰਵੀ ਭਾਜੀ ਜਦੋਂ ਓਪਨਲੀ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਖਾਲਿਸਤਾਨ ਦਾ ਬੰਦਾ ਕਹਿ ਦਿੰਦੇ ਨੇ, ਜਦੋਂ ਉਹ ਨਿਊਟਰਲੀ ਗੱਲ ਕਰਦੇ ਨੇ ਫਿਰ ਉਹ ਕਾਮਰੇਡੀ ਸੋਚ ਵੀ ਹੋ ਜਾਂਦੀ ਹੈ। ਸੋ ਇਹ ਲੋਕਾਂ ਦਾ ਮਾਈਂਡ ਸੈਟ ਹੈ ਇਸ ਚੀਜ਼ ਦੇ ਵਿੱਚ। ਤੁਸੀਂ ਆਪਣੇ ਆਪ ਨੂੰ ਕਹੋ ਕਿ ਮੈਂ ਪ੍ਰੂਵ ਕਰ ਦਾਂਗਾ, ਤੁਸੀਂ ਆਪਣਾ ਜਿਗਰਾ ਪਾੜ ਕੇ ਕਿਸੇ ਨੂੰ ਪ੍ਰੂਵ ਨਹੀਂ ਕਰ ਸਕਦੇ। ਤੁਹਾਨੂੰ ਪਰਸਨਲੀ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਤਸਵੀਰ ਦਰਦ ਦਿੰਦੀ ਹੈ? ਬਿਲਕੁਲ। ਮੈਂ ਅੱਜ ਕੱਲ੍ਹ ਦਿਨ ਹੀ ਆਪਣੇ ਸ਼ਹੀਦੀ ਦੇ ਚੱਲ ਰਹੇ ਨੇ। ਅੱਜ ਵੀ ਮੈਂ ਉਹ ਗੋਲੀਆਂ ਨਾਲ ਲੱਗੀ ਜਿਹੜੀ ਸਾਡੀ ਦੀਵਾਰ ਹੈ, ਜਿਹੜਾ ਸਾਡਾ ਇਤਿਹਾਸ ਹੈ, ਅੱਜ ਵੀ ਮੈਂ ਤਸਵੀਰ ਪਾ ਕੇ ਹਟਿਆ। ਸਾਨੂੰ ਦੁੱਖ ਦਿੰਦੀ ਹੈ। ਮੇਰਾ ਆਪਣਾ ਪਰਿਵਾਰ 84 ਪੀੜਤ ਆ। ਅਸੀਂ ਹਰਿਆਣੇ ਤੋਂ ਮੂਵ ਕਰਕੇ ਪੰਜਾਬ 'ਚ ਆਏ ਹਾਂ 84 ਦੇ ਟਾਈਮ 'ਤੇ। ਸਾਡੀ ਦੁਕਾਨਾਂ ਨੂੰ ਅੱਗ ਲਾਈ ਗਈ। ਸਾਡੇ ਰਿਸ਼ਤੇਦਾਰ ਅੱਜ ਵੀ ਜਿਹੜੇ ਟਰੋਮਾ ਦੇ ਵਿੱਚ ਨੇ, ਜਿਹੜੇ ਕਿ ਪੂਰੀ ਮਤਲਬ ਜ਼ਿੰਦਗੀ ਭਰ ਨਹੀਂ ਖੜੇ ਹੋ ਸਕੇ। ਕਿਉਂ ਨਹੀਂ ਯਾਦ ਆਉਂਦਾ? ਪਰ ਗੱਲ ਇੱਧਰ ਇਹ ਆ ਜਾਂਦੀ ਹੈ ਕਿ ਤੁਸੀਂ ਉਸ ਦਰਦ ਨੂੰ ਐਗਜ਼ੀਕਿਊਟ ਕਿੱਦਾਂ ਕਰਨਾ, ਵਿਕਟਿਮ ਬਣ ਕੇ ਕਰਨਾ ਜਾਂ ਉਸ ਦਰਦ ਤੋਂ ਕੁਝ ਸਿੱਖ ਲੈ ਕੇ ਤੇ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਹੂ ਵੀ ਆਰ, ਅਸੀਂ ਕੌਣ ਹੁੰਦੇ ਹਾਂ। ਤੁਸੀਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਲਈ, ਤੁਸੀਂ ਸਾਨੂੰ ਮਾਰਨ ਦੀ ਕੋਸ਼ਿਸ਼ ਕਰ ਲਈ। ਯਾਰ ਅਸੀਂ ਪੂਰੇ ਇੰਡੀਆ ਦੇ ਵਿੱਚ ਯਾਰ ਤੁਸੀਂ ਆਕਸੀਜਨ ਵੰਡੀ ਜਾਂਦੇ ਹੋ, ਕਿੱਦਾਂ? ਇਹ ਹੁੰਦੇ ਨੇ ਸਿੱਖ। ਸੋ ਤੁਸੀਂ ਵਿਕਟਿਮ ਬਣਨਾ ਹੈ ਜਾਂ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਨਾ। ਚਲੇ ਗਏ ਤੁਸੀਂ ਯਾ ਬਿਲਕੁਲ ਕੰਸੈਂਟਰੇਟਰਸ ਲੈ ਕੇ। ਦੇਖੋ ਸਾਨੂੰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਅਪਰੋਚ ਕੀਤਾ ਕਿ ਚਾਈਨਾ ਦਾ ਬਾਰਡਰ ਤੇ ਇੰਡੀਆ ਦੇ ਬਾਰਡਰ ਦੇ ਵਿਚਕਾਰ ਜਿਹੜੇ ਫੌਜੀ ਬੈਠੇ ਨੇ ਜਾਂ ਜਿਹੜੇ ਉੱਥੇ ਦੇ ਲੋਕ ਨੇ, ਲੋਕਲ ਉੱਥੇ ਰਹਿੰਦੇ ਨੇ ਲਦਾਖ ਦੇ ਵਿੱਚ, ਕਿ ਉਹਨਾਂ ਨੂੰ ਆਕਸੀਜਨ ਕਨਸੈਂਟਰੇਟਰ ਚਾਹੀਦੇ ਨੇ। ਹਾਈ ਐਲਟੀਟਿਊਡ ਤੇ ਰਹਿੰਦੇ ਆ ਕਿ ਮਸ਼ੀਨਾਂ ਦਿਓਗੇ। ਸਾਡੇ ਕੋਲ ਜਿਹੜੀਆਂ ਆਈਆਂ ਤੇ ਉਹ ਖਰਾਬ ਨਿਕਲੀਆਂ। ਅਸੀਂ ਲਦਾਖ ਬਾਈ ਏਅਰ ਦਿੱਲੀ ਤੋਂ ਭੇਜੀਆਂ ਤੇ ਅੱਜ ਮਤਲਬ ਕਿਉਂ ਨਹੀਂ, ਕਿੱਥੇ ਨਹੀਂ ਪਹੁੰਚ ਸਕਦੇ ਅਸੀਂ। ਬਟ ਮੈਂ ਉਹੀਓ ਗੱਲ ਤੇ ਆਉਣਾ ਕਿ ਅਸੀਂ ਆਪਣੇ ਆਪ ਨੂੰ ਦਿਖਾਣਾ ਕੀ ਚਾਹੁੰਦੇ ਆ। ਵਿਕਟਿਮ ਦਿਖਾਣਾ ਚਾਹੁੰਦੇ ਆ ਤੇ ਵਿਕਟਿਮ ਦਿਖਾਈ ਚੱਲੋ, ਰੋਈ ਚੱਲਾਂਗੇ ਅਸੀਂ। ਦਰਦ ਸਾਰਿਆਂ 'ਚ ਹੈ, ਬਟ ਉਹ ਦਰਦ ਨੂੰ ਕੱਢਣ ਦਾ ਤਰੀਕਾ ਹੁੰਦਾ। ਕੱਢਣ ਦਾ ਤਰੀਕਾ ਸਾਡਾ ਸੇਵਾ ਹੈ ਕਿ ਸ਼ਾਇਦ ਸੇਵਾ ਦੇ ਨਾਲ ਜਿਹੜੇ ਨੂੰ ਤੁਸੀਂ ਪੱਗਾਂ ਬੰਨਿਆਂ ਨੂੰ ਆਤੰਕਵਾਦੀ ਕਹਿ ਦਿੰਦੇ ਸੀ, ਜਿਹੜੇ ਪੱਗਾਂ ਬੰਨਿਆਂ ਨੂੰ ਖਾਲਸਾ ਨਾਮ ਲਾਇਆ ਤੇ ਤੁਸੀਂ ਉਹਨੂੰ ਖਾਲਿਸਤਾਨ ਨਾਲ ਜੋੜ ਦਿੰਦੇ ਸੀ, ਅੱਜ ਉਹ ਯਾਰ ਪੂਰੀ ਦੁਨੀਆ ਦੇ ਵਿੱਚ ਲੰਗਰ ਵੰਡ ਰਹੇ ਨੇ। ਅੱਜ ਪੂਰੇ ਭਾਰਤ ਦੇ ਵਿੱਚ ਘਰ ਆਕਸੀਜਨ ਦਾ ਲੰਗਰ ਲਾਇਆ ਹੋਇਆ। ਜਿੱਥੇ ਕਿਸੇ ਨੂੰ ਸਾਹ ਦੀ ਤਕਲੀਫ ਹੋਈ ਉਹ ਗੁਰਦੁਆਰੇ ਚਲਾ ਜਾਂਦਾ, ਯਾਰ ਤੁਸੀਂ ਕੁਝ ਸੈਟਿੰਗ ਕਰ ਦੋਗੇ, ਤੁਸੀਂ ਕਿੱਥੋਂ ਦੀ ਅਰੇਂਜ ਕਰ ਦੋਗੇ ਸਿਲੰਡਰ। ਇਹ ਜਿਹੜੀ ਇਮੇਜ ਹੈ ਨਾ, ਇਹ ਇਮੇਜ ਦੇ ਉੱਤੇ ਖਾਲਸਾ ਏਡ ਪਿਛਲੇ ਇੰਨੇ ਸਾਲਾਂ ਤੋਂ ਕੰਮ ਕਰ ਰਹੀ ਸੀ ਔਰ ਅੱਜ ਖੁਸ਼ੀ ਹੁੰਦੀ ਹੈ ਕਿ ਅਸੀਂ ਯਾਰ ਉਹ ਲੋਕਾਂ ਨੂੰ ਉਹ ਕਨਸੈਪਟ ਸਮਝਾ ਪਾਏ ਹਾਂ। ਸਭ ਤੋਂ ਵੱਧ ਸਕੂਨ ਕਿੱਥੇ ਆਇਆ? ਹਰ ਇੱਕ ਪ੍ਰੋਜੈਕਟ 'ਤੇ ਸਕੂਨ ਆਉਂਦਾ ਜੀ। ਹਰ ਇੱਕ ਪ੍ਰੋਜੈਕਟ 'ਤੇ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ, ਐਕਸਪੀਰੀਅੰਸ ਹੋ ਜਾਂਦਾ ਕਿ ਤੁਹਾਨੂੰ ਅੱਗੇ ਮੂਵ ਕਰ ਦਿੰਦਾ। ਇੱਕ ਪਾਸੇ ਕ੍ਰਿਟਿਸਿਜ਼ਮ ਇੰਨਾ ਹੁੰਦਾ ਕਿ ਲੱਗਦਾ ਕਿ ਛੱਡ ਦਈਏ ਇੱਥੇ ਸਾਰਾ ਕੁਝ। ਇੱਕ ਪਾਸੇ ਐਕਸਪੀਰੀਅੰਸ ਇੱਦਾਂ ਹੋ ਜਾਂਦਾ ਕਿ ਨਹੀਂ ਯਾਰ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸਾਡੀ ਇਹ ਨਹੀਂ ਕਿ ਅਸੀਂ ਛੋਟੀ ਜਿਹੀ ਗੱਲ ਨੂੰ ਪ੍ਰੂਵ ਕਰਨ ਦੇ ਉੱਤੇ ਆਪਣੇ ਦਿਲ ਢਾਹ ਕੇ ਬੈਠ ਜਾਈਏ, ਅਸੀਂ ਐਂ ਬੈਠ ਜਾਈਏ ਕਿ ਨਹੀਂ ਯਾਰ ਇਹਨਾਂ ਨੇ ਐਵੇਂ ਕਿਉਂ ਕਹਿ ਤਾ। ਰੀਸੈਂਟਲੀ ਵੀ ਜਿੰਨੇ ਵੀ ਮਿਸ਼ਨਸ ਹੋਏ ਨੇ, ਚਾਹੇ ਕਿਸਾਨੀ ਮਸਲਾ ਹੋਇਆ, ਹੁਣ ਵੀ ਔਨਗੋਇੰਗ ਪ੍ਰੋਜੈਕਟ ਹੈ ਖਾਲਸਾ ਏਡ ਦਾ, ਜਾਂ ਆਕਸੀਜਨ ਦਾ ਹੁਣ ਲੰਗਰ ਚੱਲ ਰਿਹਾ। ਸੋ ਜਦੋਂ ਦੈਟ ਟਾਈਮ ਅਸੀਂ ਇਹ ਸਟਾਰਟ ਕੀਤਾ ਕਨਸੈਂਟਰੇਟਰ ਦਾ, ਤਾਂ ਸਾਡੇ ਕੋਲੇ ਸਿਰਫ 60 ਆਕਸੀਜਨ ਕਨਸੈਂਟਰੇਟਰ ਸੀ, 60। ਤਾਂ ਮੈਨੂੰ ਬੜੇ ਲੋਕਾਂ ਨੇ, ਆਪਣਿਆਂ ਨੇ ਵੀ ਕਿਹਾ ਕਿ ਯਾਰ 60 ਲੋਕਾਂ ਨਾਲ ਕੀ ਕਰ ਲੇਂਗਾ, ਆਹ 60 ਕਨਸੈਂਟਰੇਟਰ ਨਾਲ ਸਿਰਫ 60 ਲੋਕਾਂ ਦੀ ਜਾਨ ਬਚਾਏਗਾ। ਮੈਂ ਕਿਹਾ ਯਾਰ ਕਮਾਲ ਹੈ। ਔਰ ਤੁਸੀਂ ਬਿਲੀਵ ਨਹੀਂ ਕਰਨਾ ਕਿ ਉਹ 60 ਕਨਸੈਂਟਰੇਟਰਾਂ 'ਚੋਂ ਜਦੋਂ ਲੋਕਾਂ ਕੋਲੇ ਗਏ ਮਸ਼ੀਨਾਂ, ਤੇ ਲੋਕੀ 2 ਦਿਨ ਯੂਜ਼ ਕਰਕੇ ਇਹ ਕਹਿ ਜਾਂਦੇ ਸੀ ਯਾਰ ਮੇਰਾ ਡੈਡੀ ਬਚ ਗਿਆ, ਆ ਕਿਸੇ ਹੋਰ ਦੇ ਲਈ ਲੋੜ ਲਈ ਲੈ ਲਿਓ। ਸੋ ਉਹ ਸਕੂਨ ਹੈ ਸਾਡੇ ਲਈ। ਜਦੋਂ ਕਹਿੰਦਾ ਕਿ ਵੀ ਯਾਰ ਮੇਰੀ ਨਾ ਮਾਂ ਵੀ ਚਲੀ ਗਈ ਹੈ, ਮੇਰਾ ਪਿਓ ਵੀ ਚਲਾ ਗਿਆ, ਤੇ ਹੁਣ ਮੇਰੇ ਚਾਚੇ ਨੂੰ ਕਨਸੈਂਟਰੇਟਰ ਚਾਹੀਦਾ, ਤੇ ਇੱਕ ਮਸ਼ੀਨ ਦੇ ਦਿਓ, ਸਿਰਫ ਭਾਵੇਂ ਇੱਕ ਦਿਨ ਲਈ ਦੇ ਦਿਓ, ਮੈਂ ਉਹਦੀ ਜਾਨ ਬਚਾਉਣੀ ਹੈ ਤੇ ਸਿਰਫ ਤੁਹਾਡੇ ਤੋਂ ਆਸ ਹੈ, ਤਾਂ ਉਹ 60 ਕਨਸੈਂਟਰੇਟਰਾਂ 'ਚੋਂ ਹੀ ਕੰਮ ਆ ਜਾਂਦੀ ਹੈ ਚੀਜ਼। ਤਾਂ ਉੱਥੇ ਹੀ ਸਕੂਨ ਹੈ ਸਾਡੇ ਲਈ। ਜਜ਼ਬਾਤੀ ਹੋਏ ਹੋ ਕਦੇ? ਅੱਖਾਂ 'ਚ ਹੰਝੂ ਆਏ ਹੋਣ ਜਾਂ ਕਦੇ ਇਮੋਸ਼ਨਲ? ਦੇਖੋ ਮੈਨੂੰ ਐਂ ਲੱਗਦਾ, ਕਈ ਵਾਰ ਲੋਕ ਕਹਿੰਦੇ ਨੇ, ਕਈ ਵਾਰ ਸਾਡੇ ਜਿਹੜੇ NRIs ਵੀ ਨੇ ਕਹਿੰਦੇ ਯਾਰ ਤੁਹਾਡੀ ਟੀਮ ਬੜੀ ਇਮੋਸ਼ਨਲ ਹੈ। ਮੈਂ ਕਿਹਾ ਯਾਰ ਮੈਂ ਇੱਕ ਗੱਲ ਕਹਿੰਦਾ ਹੁੰਦਾ, ਮੈਂ ਕਿਹਾ ਜੇ ਇਮੋਸ਼ਨਸ ਨਾ ਹੋਣ ਨਾ ਸਾਡੇ 'ਚ, ਅਸੀਂ ਸੇਵਾ ਵੀ ਨਹੀਂ ਕਰ ਪਾਵਾਂਗੇ। ਇਮੋਸ਼ਨਲ ਹੋਣ ਦੀ ਗੱਲ ਦੱਸਦਾ, ਇਮੋਸ਼ਨਲ ਇਸ ਟਾਈਮ ਰੀਸੈਂਟਲੀ ਕਿੱਥੇ ਹੋਇਆ। ਸਾਡੇ ਨਾਲ ਇੱਕ ਵੀਰ ਕੰਮ ਕਰਦਾ, ਸਵਨੀਤ ਸਿੰਘ, ਦਿੱਲੀ ਦੀ ਟੀਮ ਦੇ ਵਿੱਚ ਘਰ ਵੋਲੰਟੀਅਰ ਹੈ, ਹੀ ਇਜ਼ ਅ ਗ੍ਰਾਫਿਕ ਡਿਜ਼ਾਈਨਰ। ਤੇ ਜਦੋਂ ਪ੍ਰੋਜੈਕਟ ਸਟਾਰਟ ਕੀਤਾ ਉਦੋਂ ਤੋਂ ਉਹ ਸੇਵਾ ਕਰ ਰਿਹਾ ਸੀਗਾ। ਸੋ ਸੇਵਾ ਕਰਦੇ ਕਰਦੇ ਮੈਨੂੰ ਪਤਾ ਲੱਗਿਆ ਕਿ ਉਹਦੇ ਘਰੇ ਉਹਦੇ ਚਾਚਾ ਜੀ ਦੀ ਤਬੀਅਤ ਖਰਾਬ ਹੋ ਗਈ। ਉਹਨੇ ਮੈਨੂੰ ਡਿਮਾਂਡ ਕੀਤਾ ਕਿ ਮੈਨੂੰ ਕਨਸੈਂਟਰੇਟਰ ਚਾਹੀਦਾ। ਅਸੀਂ ਕਨਸੈਂਟਰੇਟਰ ਆਪਣਾ ਚੱਕ ਕੇ ਦੇਤਾ, ਵੀ ਵੋਲੰਟੀਅਰ ਦੀ ਫੈਮਿਲੀ 'ਚ ਲੋੜ ਪਈ ਹੈ, ਕਿਉਂ ਨਹੀਂ ਦੇਵਾਂਗੇ। ਦਿੱਤਾ ਉਹਨਾਂ ਨੂੰ। ਉਹਨੇ 2 ਦਿਨ ਬਾਅਦ ਕਹਿ ਤਾ ਵੀ ਚਾਚਾ ਜੀ ਨੂੰ ਤਾਂ ਹੁਣ ਸਿਲੰਡਰ ਦੇ ਉੱਤੇ ਆ ਗਏ, ਹੁਣ ਸੀਰੀਅਸ ਨੇ। 1 ਦਿਨ ਬਾਅਦ ਫਿਰ ਖਬਰ ਆ ਜਾਂਦੀ ਹੈ ਕਿ ਉਹ ਪੂਰੇ ਹੋ ਗਏ। ਉਹ ਕਹਿੰਦਾ ਕਿ ਮੈਂ ਆ ਨਹੀਂ ਪਾਵਾਂਗਾ ਸੇਵਾ 'ਤੇ। ਅਸੀਂ ਕਿਹਾ ਕੋਈ ਗੱਲ ਨਹੀਂ, ਤੂੰ ਫੈਮਿਲੀ, ਜੁਆਇੰਟ ਫੈਮਿਲੀ ਸੀ।
ਫਿਰ 2 ਦਿਨ ਬਾਅਦ ਪਤਾ ਲੱਗਦਾ ਉਹਦੇ ਚਾਚੀ ਜੀ ਵੀ ਸੀਰੀਅਸ ਹੋ ਗਏ, 4 ਦਿਨ ਬਾਅਦ ਪਤਾ ਲੱਗਦਾ ਉਹ ਚਾਚੀ ਜੀ ਵੀ ਗਏ। ਫਿਰ ਉਹਦੇ ਨਾਲ ਫੋਨ ਤੇ ਗੱਲ ਹੁੰਦੀ ਹੈ, ਕਹਿੰਦਾ ਭਾਜੀ ਵੀ ਮੇਰੇ ਡੈਡੀ ਵੀ ਸੀਰੀਅਸ ਹੋ ਗਏ। ਤੇ ਹਫਤੇ ਬਾਅਦ ਉਹਦੇ ਡੈਡੀ ਵੀ ਪੂਰੇ ਹੋ ਜਾਂਦੇ। 15 ਦਿਨ ਦੇ ਵਿੱਚ ਘਰ ਚਾਚਾ ਚਾਚੀ ਉਹਦੇ ਡੈਡੀ ਪੂਰੇ ਹੋ ਜਾਂਦੇ। ਅੱਜ ਉਹ ਵੀਰ ਸਾਡੇ ਕੋਲੇ ਸੇਵਾ ਕਰ ਰਿਹਾ। ਭੋਗ ਹਜੇ ਭੋਗ ਨਹੀਂ ਪਿਆ ਤੇ ਉਹ ਕਹਿੰਦਾ ਕਿ ਨਹੀਂ ਯਾਰ ਮੈਂ ਸੇਵਾ ਕਰਨੀ ਹੈ। ਉਹ ਇਮੋਸ਼ਨਲ ਕਰ ਦਿੰਦਾ ਕਿ ਯਾਰ ਨਹੀਂ ਯਾਰ ਮਤਲਬ ਜੋ ਕੁਝ ਕਰ ਰਿਹਾ ਨਾ, ਬਸ ਸ਼ੁਕਰ ਹੈ ਮਾਲਕ ਦਾ ਵੀ ਜੋ ਸੇਵਾ ਲੈ ਰਿਹਾ ਨਾ, ਜਿੰਨੇ ਟਾਈਮ ਵੀ ਲੈਣੀ ਆ, ਉਮਰ ਬਹੁਤ ਛੋਟੀ ਹੁੰਦੀ ਆ, ਬਟ ਬਹੁਤ ਇਮੋਸ਼ਨਲ ਕਰਦਾ ਕਿ ਯਾਰ ਇਹੋ ਜਿਹੇ ਸੇਵਾਦਾਰ, ਸਾਡੀ ਤਾਂ ਕੋਈ ਡੈਡੀਕੇਸ਼ਨ ਹੀ ਨਹੀਂ ਗੀ ਨਾ ਜਿਹੜੀ ਡੈਡੀਕੇਸ਼ਨ ਸਾਡੇ ਸੇਵਾਦਾਰਾਂ ਦੀ ਹੈ, ਵੀ ਉਹ ਰੀੜ ਦੀ ਹੱਡੀ ਨੇ ਯਾਰ। ਅਸੀਂ ਤਾਂ ਸਿਰਫ ਮੈਨੇਜ ਕਰ ਰਹੇ ਹਾਂ। ਇਹ ਵੀ ਸਿਰਫ ਮਾਲਕ ਨੇ ਡਿਊਟੀ ਲਾਈ ਹੈ ਕਿ ਯਾਰ ਤੁਸੀਂ ਕਿਵੇਂ ਲੀਡ ਕਰਨਾ, ਕਿਵੇਂ ਮੈਨੇਜ ਕਰਨਾ। ਬਟ ਜਿਹੜੇ ਆਪਣਾ ਟਾਈਮ ਦੇ ਰਹੇ ਨੇ ਯਾਰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦਿੱਤੀ। ਪਿਛਲੇ ਕਰੋਨਾ ਦੇ ਵਿੱਚ ਘਰ ਇੱਕ ਵੀਰ ਦੇਹਰਾਦੂਨ ਤੋਂ ਚੱਲ ਕੇ ਮੇਰੇ ਕੋਲ ਆਇਆ, ਕਹਿੰਦਾ ਭਾਜੀ ਮੈਂ ਤੁਹਾਡੇ ਕੋਲੇ ਰਹਿਣਾ, ਮੈਂ ਆਪਣੀ ਜੌਬ ਛੱਡ ਕੇ ਆ ਗਿਆ। ਮੈਂ ਕਿਹਾ ਯਾਰ ਜੌਬ ਛੱਡਣ ਤੋਂ ਪਹਿਲਾਂ ਮੈਨੂੰ ਫੋਨ ਤਾਂ ਕਰਨਾ ਸੀ। ਕਹਿੰਦਾ ਨਹੀਂ ਮੈਂ ਜਵਾਬ ਦੇ ਕੇ ਆਇਆ, ਮੇਰਾ ਰੈਜ਼ਿਗਨੇਸ਼ਨ ਲੈਟਰ ਹੈ, HP ਕੰਪਨੀ ਦੇ ਵਿੱਚ ਘਰ ਜੌਬ ਕਰਦਾ ਸੀ। ਮੈਂ ਕਿਹਾ ਨਾ ਯਾਰ ਵੀਰ ਤੂੰ ਚਲਾ ਜਾ ਵਾਪਿਸ, ਮੇਰੇ ਕੋਲ ਇੰਨੀ ਕੈਪੈਸਿਟੀ ਨਹੀਂ ਕਿ ਮੈਂ ਤੈਨੂੰ ਉਨਾ ਪੇ ਕਰ ਸਕਾਂ। ਕਹਿੰਦਾ ਨਹੀਂ ਤੁਸੀਂ ਕੁਝ ਵੀ ਨਾ ਪੇ ਕਰੋ, ਮੈਨੂੰ ਰਹਿਣ ਲਈ ਥਾਂ ਦੇ ਦਿਓ, ਬਸ ਮੈਂ ਸਿੱਖਣਾ, ਕੰਮ ਸਿੱਖਣਾ ਵੀ ਸੇਵਾ ਕਿਵੇਂ ਹੁੰਦੀ ਹੈ। ਔਰ ਛੋਟੀ ਉਮਰ ਦਾ ਸੀਗਾ, ਔਰ ਮਾਲਕ ਨੇ ਉਹਨੂੰ ਇੰਨੀ ਜਲਦੀ ਖਿੱਚ ਲਿਆ ਵਾਪਿਸ ਕਿ ਉਹ ਕਰੋਨਾ ਦੀਆਂ PP ਕਿੱਟਾਂ ਵੰਡਣ ਜਾ ਰਿਹਾ ਸੀ। ਤੇ ਹਾਂ, ਤੇ ਫਰੀਦਕੋਟ ਤੋਂ ਵਾਪਿਸ ਆਉਂਦੇ ਬਠਿੰਡੇ ਨੂੰ ਰਸਤੇ ਦੇ ਵਿਚਕਾਰ ਐਕਸੀਡੈਂਟ ਹੋਇਆ ਤੇ ਵਿਚਾਰੇ ਦੀ ਜਾਨ ਚਲੀ ਗਈ। ਸੋ ਮਤਲਬ ਉਹ ਇਮੋਸ਼ਨ ਉਹ ਹੈ ਸਾਡੇ ਲਈ ਯਾਰ, ਉਹ ਅਸਲੀ ਸੇਵਾਦਾਰ ਨੇ, ਉਹ ਸਟਰੈਂਥ ਨੇ ਸਾਡੀ, ਜਿਹੜੇ ਖਾਲਸਾ ਏਡ ਨੂੰ ਚਲਾ ਰਹੇ ਨੇ। ਅਮਰਪ੍ਰੀਤ, ਰਵੀ ਸਿੰਘ ਜਾਂ ਸਾਡੀ ਮੈਨੇਜਮੈਂਟ ਜਿੰਨੀ ਮਰਜ਼ੀ ਵਧੀਆ ਹੋਵੇ, ਬਟ ਅਸਲ ਜਿਹੜੇ ਚਾਲਕ ਨੇ ਨਾ ਇਸ ਸੰਸਥਾ ਦੇ, ਉਹ ਸੇਵਾਦਾਰ ਨੇ ਸਾਡੇ। ਆਖਰੀ ਸਵਾਲ ਹੈ, ਜਾਂਦੇ ਜਾਂਦੇ ਕਿਸਾਨ ਅੰਦੋਲਨ ਲਈ ਸਭ ਨੇ ਅਰਦਾਸਾਂ ਕੀਤੀਆਂ ਨੇ, ਕਿਸਾਨ ਬੈਠੇ ਨੇ 6 ਮਹੀਨੇ ਹੋ ਗਏ, ਤੁਸੀਂ ਵੀ ਉੱਥੇ ਲਗਾਤਾਰ ਰਹੇ, ਅਸੀਂ ਵੀ ਰਹੇ ਹਾਂ। ਕੁਝ ਤਜਰਬੇ ਕਿਸਾਨ ਅੰਦੋਲਨ ਦੇ ਮੈਂ ਚਾਹੁੰਦਾ ਕਿ ਸਾਂਝੇ ਕਰੋ। ਦੇਖੋ ਤਜਰਬੇ ਤਾਂ ਹਰ ਇੱਕ ਸਟੈਪ ਦੇ ਉੱਤੇ ਨਵੇਂ ਤਜਰਬੇ ਹੁੰਦੇ ਨੇ। ਉਸ ਟਾਈਮ ਦੇ ਉੱਤੇ ਜਦੋਂ ਕਿਸਾਨੀ ਮਸਲਾ ਸ਼ੁਰੂ ਹੋਇਆ ਤਾਂ ਪਹਿਲੇ ਦਿਨ 2 ਟੱਬ ਜੇ ਲਗਾ ਕੇ ਲੰਗਰ ਲਗਾਇਆ ਵੀ ਚੱਲ ਯਾਰ ਪੰਜਾਬ ਤੋਂ ਚੱਲੇ ਨੇ, ਹੁਣ ਇਹਨਾਂ ਨੂੰ ਭੁੱਖ ਲੱਗੀ ਹੋਏਗੀ ਤੇ ਲੰਗਰ ਛਕਾਈਏ। ਔਰ ਅੱਜ ਪਹਿਲੇ ਦਿਨ ਪਹੁੰਚ ਗਏ ਸੀ ਤੁਸੀਂ ਉੱਥੇ? ਹਾਂਜੀ ਅਸੀਂ ਮਤਲਬ ਹਰਿਆਣੇ ਪਹਿਲਾਂ ਸਟਾਲ ਲੱਗਿਆ ਸਾਡਾ, ਜਿਸ ਦਿਨ ਹਰਿਆਣੇ ਤੋਂ ਅੱਗੇ ਬੈਰੀਕੇਡਿੰਗ ਟੁੱਟ ਨਹੀਂ ਸੀ ਰਹੀ ਹੈ ਨਾ, ਉੱਥੇ ਚਾਹ ਦਾ ਲੰਗਰ ਲੱਗਿਆ ਰੱਖਿਆ ਸਾਰੀ ਰਾਤ। ਫਿਰ ਅਗਲੇ ਦਿਨ ਸਵੇਰੇ ਸਾਡੀ ਦਿੱਲੀ ਦੀ ਟੀਮ ਨੇ ਮੋਰਚਾ ਸਾਂਭ ਲਿਆ, ਦਿੱਲੀ ਦੀ ਟੀਮ ਨੇ ਲਾਂਚ ਕੀਤਾ। ਉਦੋਂ ਲੱਗਦਾ ਸੀ ਕਿ ਇੰਨਾ ਜਲਾਅ ਹੋ ਜਾਊਗਾ, ਇੱਥੋਂ ਤੱਕ ਪਹੁੰਚ ਜਾਊਗਾ? ਨਹੀਂ ਉਦੋਂ ਤਾਂ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਯਾਰ ਇੰਨਾ ਸੰਗਤ ਇੰਨੇ ਟਾਈਮ ਲਈ, ਲੰਬੇ ਸਮੇਂ ਲਈ ਬੈਠ ਵੀ ਸਕਦੀ ਹੈ। ਔਰ ਅੱਜ ਉੱਥੇ ਸਾਡੇ ਪਰਮਾਨੈਂਟ ਸੈਟਅਪ ਲੱਗੇ ਹੋਏ ਨੇ, ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ, ਮਤਲਬ ਉੱਥੇ ਪਰਮਾਨੈਂਟ ਸੈਟਅਪ ਲੱਗੇ ਹੈ। ਔਰ ਤਕਰੀਬਨ 100 ਤੋਂ ਵੱਧ ਵਲੰਟੀਅਰ ਉੱਥੇ ਸੇਵਾਵਾਂ ਦੇ ਰਹੇ, ਔਰ 6 ਮਹੀਨੇ ਹੋ ਗਏ ਲਗਾਤਾਰ। ਸੋ ਬਹੁਤ ਤਜਰਬੇ ਰਹੇ ਨੇ ਕਿਸਾਨੀ ਮਸਲੇ ਦੇ ਵਿੱਚ, ਘਰ ਵੀ ਬਹੁਤ ਚੰਗੇ ਵੀ ਰਹੇ ਨੇ, ਬਹੁਤ ਮਾੜੇ ਵੀ ਰਹੇ ਨੇ। ਸੋ ਇਹ ਉਸ ਦੇ ਦੌਰਾਨ ਸਾਰਾ ਸਿਸਟਮ ਹੈ ਜਿਹੜਾ। ਕਦੇ ਉਦਾਸੀ ਆਈ ਹੈ ਉੱਥੇ, ਜਾਂ ਕੁਝ ਦੇਖ ਕੇ ਜਜ਼ਬਾਤੀ ਹੋਏ ਹੋ ਕਿ ਯਾਰ ਬਹੁਤ ਔਖਾ ਹੋ ਰਿਹਾ ਕਿਸਾਨ ਨੂੰ ਦੇਖ ਕੇ? ਇਸ ਤਰ੍ਹਾਂ ਲੱਗਦਾ ਕਿ ਕਿਉਂਕਿ ਸਾਡੇ ਨਾਲ ਬਹੁਤ ਐਸੇ ਤਜਰਬੇ ਹੋਏ ਅਣਗਿਣਤ, ਰਾਤ ਨੂੰ 2-2 ਵਜੇ ਅਸੀਂ ਦੇਖਦੇ ਸੀ ਤਸਵੀਰਾਂ, ਕਿਸੇ ਬਜ਼ੁਰਗ ਦੇ ਪੈਰਾਂ 'ਚ ਕੋਈ ਕਿੱਲ ਠੁੱਕਿਆ ਹੋਇਆ, ਕੋਈ ਖੁੱਭਿਆ ਹੋਇਆ, ਕੋਈ ਖੂਨ ਹੈ ਕਿਸੇ ਦੇ, ਕੋਈ ਬਿਮਾਰ ਹੈ, ਬਹੁਤ ਮਹਿਸੂਸ ਹੁੰਦਾ ਸੀ। ਨਹੀਂ ਬਿਲਕੁਲ ਹੋਇਆ ਜੀ। ਤਕਰੀਬਨ ਮੇਰੇ ਖਿਆਲ ਜਨਵਰੀ ਮਹੀਨੇ ਦੀ ਗੱਲ ਹੈ, ਤੇ 2 ਵੀਰ ਭੱਜੇ ਜਾ ਰਹੇ ਨੇ। ਮੈਂ ਕੀ ਹੋਇਆ ਕੀ ਹੈ ਤੁਹਾਨੂੰ? ਵੀ ਯਾਰ ਭੱਜੋ ਨਾ, ਤੁਹਾਡੇ ਪੈਰਾਂ 'ਚੋਂ ਖੂਨ ਨਿਕਲ ਰਿਹਾ। ਨਾਲ ਉਹਨਾਂ ਦੇ ਇੱਕ ਬਜ਼ੁਰਗ ਬਾਬਾ ਸੀ ਤੇ ਨਾਲ ਇੱਕ ਜਵਾਨ ਮੁੰਡਾ ਸੀਗਾ। ਉਹ ਕੋਈ ਪਰਵਾਹ ਨਹੀਂ ਸਾਨੂੰ, ਅਸੀਂ ਠੀਕ ਹਾਂ, ਬਿਲਕੁਲ ਠੀਕ ਹਾਂ। ਯਾਰ ਉਹ ਜਿਹੜਾ ਜੋਸ਼ ਸੀ, ਉਹ ਜਨੂਨ ਸੀਗਾ। ਠੰਡੀਆਂ ਰਾਤਾਂ ਦੇ ਵਿੱਚ ਘਰ, ਤੇ ਰਾਤੀ ਮਤਲਬ 2 ਡਿਗਰੀ 10 ਡਿਗਰੀ ਟੈਂਪਰੇਚਰ ਦੇ ਵਿੱਚ ਘਰ ਸੋਣਾ ਕੋਈ ਆਮ ਗੱਲ ਨਹੀਂ ਹੈ। ਜਦੋਂ ਅਸੀਂ ਸੈਟਅਪ ਲਗਾਇਆ ਕਿ ਯਾਰ ਅੱਜ ਤੋਂ 500 ਬੰਦਾ 1000 ਬੰਦਾ ਸ਼ੈਲਟਰ ਦੇ ਵਿੱਚ ਘਰ ਸੋ ਸਕਦਾ ਹੈ, ਖਾਲਸਾ ਏਡ ਨੇ ਫੈਸਿਲਿਟੀ ਸ਼ੁਰੂ ਕਰਤੀ, ਤਾਂ ਮੈਨੂੰ ਬਾਹਰੋਂ ਫੋਨ ਆਏ, ਉਹ ਤੁਹਾਡੇ ਕੋਲੇ ਕੌਮ ਦਾ ਪੈਸਾ, ਤੁਸੀਂ ਤਾਂ ਬਰਬਾਦ ਕਰੀ ਜਾਂਦੇ ਹੋ, ਇੰਨਾ ਆਲੀਸ਼ਾਨ ਬਣਾਉਣ ਦੀ ਕੀ ਲੋੜ ਸੀ। ਅੱਛਾ, ਤਜਰਬੇ ਬਹੁਤ ਤਰ੍ਹਾਂ ਦੇ ਨੇ ਵੀ, ਮਤਲਬ ਮੈਂ ਕਈ ਵਾਰ ਦੱਸ ਵੀ ਨਹੀਂ ਪਾਉਂਦਾ ਵੀ ਇੰਨਾ ਆਲੀਸ਼ਾਨ ਬਣਾਉਣ ਦੀ ਕੀ ਲੋੜ ਸੀ ਯਾਰ। ਘਰਾਂ 'ਚੋਂ ਕੋਈ ਐਵੇਂ ਨੀਚੇ ਗੱਦਿਆਂ 'ਤੇ ਸੌਂਦੇ ਨੇ, ਐਵੇਂ ਪੈ ਜਾਂਦੇ ਨੇ ਪਿੰਡਾਂ ਦੇ ਵਿੱਚ, ਤੁਹਾਨੂੰ ਕੀ ਲੋੜ ਪਈ ਹੈ। ਸੋ ਜਦੋਂ ਅੱਜ ਤਕਰੀਬਨ ਮੇਰੇ ਖਿਆਲ ਉਸ ਟੈਂਟ ਨੂੰ ਸੈਟਅਪ ਕੀਤੇ ਵੀ ਸਾਨੂੰ 5 ਮਹੀਨੇ ਹੋਣ ਵਾਲੇ ਨੇ, ਤੇ 5 ਮਹੀਨੇ 'ਚ ਵੀ ਹਜ਼ਾਰਾਂ ਲੋਕ, ਲੱਖਾਂ ਲੋਕ ਉੱਥੇ ਸੋ ਚੁੱਕੇ। ਅੱਜ ਵੀ ਉਵੇਂ ਚੱਲ ਰਿਹਾ ਉਸੇ ਤਰ੍ਹਾਂ? ਹਾਂਜੀ, ਸਾਰੇ ਪ੍ਰੋਜੈਕਟਸ ਉੱਥੇ ਉਵੇਂ ਦੇ ਉਵੇਂ ਚੱਲ ਰਹੇ ਨੇ। ਟੀਮਾਂ ਉੱਥੇ ਗਰਾਊਂਡ ਜ਼ੀਰੋ ਤੇ ਬੈਠੀਆਂ, ਔਰ ਜਦ ਤੱਕ ਬੈਠੇ ਨੇ ਕਿਸਾਨ, ਪਹਿਲੇ ਦਿਨ ਹੀ ਕਿਹਾ ਸੀ ਕਿ ਨਾਲ ਖੜੇ ਹਾਂ ਤੇ ਨਾਲ ਰਵਾਂਗੇ ਜਦ ਤੱਕ ਉੱਥੇ ਬਾਰਡਰਾਂ 'ਤੇ ਨੇ। ਸੋ ਮਾਲਕ ਕਿਰਪਾ ਕਰੇ ਕਿ ਉਦੋਂ ਤੱਕ ਉੱਥੇ ਹੀ ਰਹੀਏ। ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ। ਸੋ ਬਹੁਤ ਡਿਟੇਲ ਦੇ ਵਿੱਚ ਬਹੁਤ ਸਾਰੇ ਐਸੇ ਪਹਿਲੂਆਂ 'ਤੇ ਅਮਰਪ੍ਰੀਤ ਹੋਣਾ ਦੇ ਨਾਲ ਗੱਲਬਾਤ ਹੋਈ ਹੈ ਜੋ ਪਹਿਲਾਂ ਤੁਸੀਂ ਨਹੀਂ ਸੁਣੇ ਹੋਣੇ। ਖਾਲਸਾ ਏਡ ਦੇ ਉੱਤੇ तमाम ਸਵਾਲਾਂ ਦੇ ਜਵਾਬ ਉਹਨਾਂ ਨੇ ਦਿੱਤੇ, ਔਰ ਨਿੱਜੀ ਜ਼ਿੰਦਗੀ ਬਾਰੇ ਵੀ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ। ਇਸ ਪੇਸ਼ਕਸ਼ 'ਚ ਇੰਨਾ ਹੀ। ਕਿਸੇ ਹੋਰ ਯੰਗਸਟਰ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਵਾਂਗੇ। ਧੰਨਵਾਦ।